ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 465 ਤੇ ਹੇਠੋਂ ਤੀਸਰੀ ਪੰਕਤੀ ਹੈ। ਆਸਾ ਦੀ ਵਾਰ ਦੀ ਕਥਾ ਚੱਲ ਰਹੀ ਹੈ। ਸ਼ਲੋਕ ਮਹਿਲਾ ਪਹਿਲਾ। ਮਹਿਲਾ ਪੂਰਾ ਸ਼ਬਦ ਹੈ, ਉਹਦਾ ਸੰਖੇਪ ਰੂਪ ਹੈ। ਮੰਮੇ ਨੂੰ ਦੋ ਬਿੰਦੀਆਂ ਲਾਈਆਂ ਹੋਈਆਂ ਹਨ। ਇਹ ਸਾਰੀਆਂ ਭਾਸ਼ਾਵਾਂ 'ਚ ਹੀ ਹੁੰਦਾ। ਜਿਵੇਂ ਇੰਗਲਿਸ਼ 'ਚ ਡਾਕਟਰ ਹੈ, ਪੂਰਾ ਡਾਕਟਰ ਨਹੀਂ ਲਿਖਦੇ, ਕਈ ਵਾਰੀ DR ਪਾ ਕੇ ਫੁੱਲ ਸਟਾਪ ਲਾ ਦਿੰਦੇ ਨੇ। ਪੂਰਾ ਸ਼ਬਦ ਮਿਸਟਰ ਹੈ, ਉਹ ਪੂਰਾ ਨਹੀਂ ਲਿਖਿਆ, MR ਲੈ ਕੇ ਫੁੱਲ ਸਟਾਪ ਲਾ ਦਿੰਦੇ ਨੇ। ਇੰਗਲਿਸ਼ ਦਾ ਸ਼ਬਦ ਹੈ ਰੁਪੀਜ਼, ਉਹ ਰੁਪੀਜ਼ ਰੁਪਈਏ ਪੂਰਾ ਨਹੀਂ ਲਿਖਿਆ ਜਾਂਦਾ, RS ਪਾ ਕੇ ਫੁੱਲ ਸਟਾਪ ਲਾ ਦਿੱਤਾ ਜਾਂਦਾ। ਇਸ ਤਰ੍ਹਾਂ ਇੱਥੇ ਮਹਿਲਾ ਸ਼ਬਦ ਪੂਰਾ ਨਹੀਂ ਲਿਖਿਆ, ਮੰਮੇ ਨੂੰ ਦੋ ਬਿੰਦੀਆਂ ਲਾ ਦੀਆਂ ਵੀ ਇਹਦਾ ਅਰਥ ਹੈ ਮਹਿਲਾ। ਸ਼ਲੋਕ ਮਹਿਲਾ ਪਹਿਲਾ ਭਾਵ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਮੁਸਲਮਾਨਾਂ ਸਿਫਤ ਸ਼ਰੀਅਤ, ਇਹ ਫਾਰਸੀ ਦਾ ਸ਼ਬਦ ਹੈ। ਇਨ ਬਨੇ ਸ਼ਰੀਅਤ, ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ। ਮੁਸਲਮਾਨਾਂ ਸਿਫਤ ਸ਼ਰੀਅਤ, ਪੜ੍ਹ ਪੜ੍ਹ ਕਰੈਂ ਵਿਚਾਰ। ਬੰਦੇ ਸੇ ਜੇ ਪਵਹਿ ਵਿੱਚ ਬੰਦੀ, ਵੇਖਣ ਕੋ ਦੀਦਾਰ। ਹਿੰਦੂ ਸਲਾਹੀ ਸਲਾਹਨ, ਦਰਸ਼ਨ ਰੂਪ ਅਪਾਰ। ਤੀਰਥ ਨਾਵੇਂ ਅਰਚਾ ਪੂਜਾ, ਅਗਰਵਾਸ ਬਹਿਕਾਰ। ਜੋਗੀ ਸੁਨ ਧਿਆਵਨ ਜੇਤੇ, ਅਲਖ ਨਾਮ ਕਰਤਾਰ। ਇਹਨੂੰ ਅਲਖ ਨਹੀਂ ਪੜ੍ਹਨਾ, ਲਖ ਹੁੰਦਾ ਜਿਹਨੂੰ ਅਸੀਂ ਸਮਝ ਸਕੀਏ। ਅਲਖ ਜਿਹਨੂੰ ਅਸੀਂ ਸਮਝ ਨਾ ਸਕੇ, ਜਿਹੜੇ ਸਾਡੀ ਸਮਝ ਤੋਂ ਉੱਪਰ ਹੈ। ਇਹਨੂੰ ਅਲਖ ਵੀ ਨਹੀਂ ਪੜ੍ਹਨਾ, ਲੱਲੇ ਤੇ ਅਧਿਕ ਲਾ ਕੇ ਵੀ ਨਹੀਂ ਪੜ੍ਹਨਾ। ਅਲਖ ਆੜਾ ਪਲੱਸ ਲੱਲਾ, ਖੱਖ ਦੇ ਪੈਰ 'ਚ ਬਿੰਦੀ, ਅਲਖ। ਅਲਖ ਨਾਮ ਕਰਤਾਰ। ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਸਤੀਆਂ ਮਨ ਸੰਤੋਖ ਉਪਜੈ, ਦੇਣੇ ਕੈ ਵਿਚਾਰ। ਦੇ ਦੇ ਮੰਗੇ ਸਹਸਾ ਗੁਣ, ਸੋਭ ਕਰੇ ਸੰਸਾਰ। ਚੋਰਾਂ ਜਾਰਾਂ ਤੈ ਕੁੜਿਆਰਾਂ, ਖਰਾਬਾਂ ਵੇਕਾਰ। ਇੱਕ ਹੁੰਦਾ ਖਾਏ ਚੱਲੇ ਐ ਥਾਊਂ, ਤਿਨ੍ਹ ਪੇਕਾਈ ਕਾਰ। ਜਲ ਥਲ ਜੀਆਂ ਪੁਰੀਆਂ ਲੋਆਂ, ਆਕਾਰਾਂ ਆਕਾਰ। ਓਏ ਜੇ ਆਖੇ ਸੋ ਤੂੰ ਹੈ ਜਾਣੇ, ਤਿਨ੍ਹ ਪੇ ਤੇਰੀ ਸਾਰ। ਨਾਨਕ ਭਗਤਾਂ ਭੁਖ ਸਲਾਹਨ, ਸਚ ਨਾਮ ਆਧਾਰ। ਸਦਾ ਆਨੰਦ ਰਹੇ ਦਿਨ ਰਾਤੀ, ਗੁਣਵੰਤਿਆਂ ਪਾਛਾਰ। ਮੁਸਲਮਾਨਾਂ ਸਿਫਤ ਸ਼ਰੀਅਤ। ਸ਼ਰੀਅਤ ਫਾਰਸੀ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਧਰਮ ਦਾ ਸਿੱਧਾ ਰਾਹ, ਭਾਵ ਧਰਮ ਦੇ ਨਿਯਮ, ਧਰਮ ਦੇ ਅਸੂਲ। ਮੁਸਲਮਾਨ ਸ਼ਰੀਅਤ ਅਨੁਸਾਰ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ। ਪੜ੍ਹ ਪੜ੍ਹ ਕਰੇ ਵਿਚਾਰ, ਉਹ ਸ਼ਰੀਅਤ ਪੜ੍ਹਦੇ ਨੇ, ਉਹ ਧਰਮ ਦੇ ਅਸੂਲਾਂ ਨੂੰ, ਧਰਮ ਦੇ ਨਿਯਮਾਂ ਨੂੰ ਪੜ੍ਹਦੇ ਨੇ, ਫਿਰ ਉਹਨਾਂ ਦੀ ਵਿਚਾਰ ਕਰਦੇ ਨੇ ਅਤੇ ਇਸ ਤਰ੍ਹਾਂ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ। ਹਰ ਇੱਕ ਧਰਮ ਵਾਲਿਆਂ ਦਾ ਅੱਡ ਅੱਡ ਤਰੀਕਾ ਹੁੰਦਾ ਪਰਮਾਤਮਾ ਦੀ ਸਿਫਤ ਸਲਾਹ ਕਰਨ ਦਾ। ਉਹਨਾਂ ਦੀਆਂ ਪੁਸਤਕਾਂ ਨੇ ਜਿਹੜੀਆਂ ਸ਼ਰ੍ਹਾ ਬਾਰੇ ਹਨ,
ਜਿਵੇਂ ਕਾਜ਼ੀ ਜਿਹੜੇ ਹੁੰਦੇ ਸਨ ਪੁਰਾਣੇ ਜ਼ਮਾਨੇ 'ਚ, ਜੱਜਾਂ ਨੂੰ ਮੁਸਲਮਾਨ ਧਰਮ 'ਚ ਕਾਜ਼ੀ ਕਿਹਾ ਜਾਂਦਾ ਸੀ। ਉਹ ਫੈਸਲਾ ਸੁਣਾਇਆ ਕਰਦੇ ਸਨ ਕਿ ਧਰਮ ਅਨੁਸਾਰ ਇਸ ਨੂੰ ਇਹ ਸਜ਼ਾ ਦਿੱਤੀ ਜਾ ਸਕਦੀ ਹੈ ਜਾਂ ਨਹੀਂ ਦਿੱਤੀ ਜਾ ਸਕਦੀ। ਜਦੋਂ ਛੋਟੇ ਸਾਹਿਬਜ਼ਾਦੇ ਨੂੰ ਨੀਝ ਚਿਣਨਾ ਸੀ, ਉਦੋਂ ਪਹਿਲਾਂ ਨਵਾਬ ਨੇ ਕਾਜ਼ੀ ਨੂੰ ਪੁੱਛਿਆ ਵੀ ਕਾਜ਼ੀ ਜੀ, ਇਹਨਾਂ ਬੱਚਿਆਂ ਨੂੰ ਸ਼ਰਅ ਅਨੁਸਾਰ ਕੀ ਸਜ਼ਾ ਦਿੱਤੀ ਜਾ ਸਕਦੀ ਹੈ? ਉਹ ਕਹਿੰਦੇ ਵੀ ਸ਼ਰਅ ਇਹ ਕਹਿੰਦੀ ਹੈ, ਸ਼ਰੀਅਤ ਇਹ ਕਹਿੰਦੀ ਹੈ ਕਿ ਇਹ ਛੋਟੇ ਬੱਚੇ ਨੇ, ਇਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾ ਸਕਦੀ। ਪਰ ਨਵਾਬ ਸਜ਼ਾ ਦੇਣਾ ਚਾਹੁੰਦਾ ਸੀ, ਇਸ ਲਈ ਕੋਲ ਨੰਦ ਚੰਦ ਬੈਠਾ ਸੀ। ਉਹ ਕੁਦਰਤੀ ਬੱਚਿਆਂ ਨੂੰ ਪੁੱਛਦਾ ਵੀ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਫਿਰ ਤੁਸੀਂ ਕੀ ਕਰੋਗੇ? ਉਹ ਕਹਿੰਦਾ ਅਸੀਂ ਵੱਡੇ ਹੋ ਕੇ ਫੌਜ ਇਕੱਠੀ ਕਰਾਂਗੇ ਅਤੇ ਫਿਰ ਤੁਹਾਡੇ ਵਿਰੁੱਧ ਲੜਾਂਗੇ। ਨਵਾਬ ਕਹਿੰਦੇ ਕਾਜ਼ੀ ਜੀ, ਇਹ ਜੇ ਬਾਗੀ ਨੇ, ਇਹਨਾਂ ਨੂੰ ਸ਼ਰਅ ਅਨੁਸਾਰ ਕੀ ਸਜ਼ਾ ਦਿੱਤੀ ਜਾ ਸਕਦੀ ਹੈ? ਅਤੇ ਫਿਰ ਕਾਜ਼ੀ ਨੇ ਕਿਹਾ ਇਹਨਾਂ ਨੂੰ ਨੀਹਾਂ 'ਚ ਚਿਣਿਆ ਜਾ ਸਕਦਾ ਹੈ। ਸੋ ਸ਼ਰਅ ਧਰਮ ਦੇ ਨਿਯਮ ਨੇ, ਧਰਮ ਦੇ ਅਸੂਲ ਨੇ, ਉਹਨੂੰ ਸ਼ਰੀਅਤ ਵੀ ਕਹਿੰਦੇ। ਕਈ ਵਾਰੀ ਇਕੱਠਾ ਸ਼ਬਦ ਵਰਤਿਆ ਜਾਂਦਾ, ਸ਼ਰਅ ਸ਼ਰੀਅਤ। ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਕरें ਵਿਚਾਰ। ਮੁਸਲਮਾਨ ਨੇ ਉਹ ਸ਼ਰੀਅਤ ਦੇ ਅਨੁਸਾਰ, ਧਰਮ ਦੇ ਨਿਯਮਾਂ ਦੇ ਅਨੁਸਾਰ ਪਰ ਉਹ ਪੜ੍ਹਦੇ ਨੇ ਉਸਨੂੰ, ਸ਼ਰੀਅਤ ਨੂੰ, ਉਸ 'ਤੇ ਵਿਚਾਰ ਕਰਦੇ ਨੇ। ਇਸ ਤਰ੍ਹਾਂ ਪਰਮਾਤਮਾ ਦੀ, ਆਪਣੇ ਅੱਲਾ ਦੀ ਸਿਫਤ ਸਲਾਹ ਕਰਦੇ ਹਨ। ਬੰਦੇ ਸੇ ਜੇ ਪਵੇਂ ਵਿੱਚ ਬੰਦੀ, ਵੇਖਣ ਕੋ ਦੀਦਾਰ। ਸ਼ਰੀਅਤ ਦੇ ਵਿੱਚ ਲਿਖਿਆ ਹੋਇਆ ਹੈ ਕਿ ਬੰਦਾ ਕੌਣ ਹੈ ਜਿਹੜਾ ਬੰਦਿਸ਼ ਦੇ ਵਿੱਚ ਰਹੇ। ਇਹ ਨਹੀਂ ਕਿ ਜੋ ਮਰਜ਼ੀ ਕਰੀ ਜਾਵੇ। ਹੁਣ ਜਿਵੇਂ ਆਪ ਸਿੱਖ ਹੈ, ਅੰਮ੍ਰਿਤਧਾਰੀ ਹੈ, ਅੰਮ੍ਰਿਤਧਾਰੀ 'ਤੇ ਬੰਦਿਸ਼ਾਂ ਨੇ, ਇਸ 'ਤੇ ਬੰਦਿਸ਼ਾਂ ਨੇ। ਅੰਮ੍ਰਿਤਧਾਰੀ ਆਪਣੀ ਮਰਜ਼ੀ ਨਹੀਂ ਕਰ ਸਕਦਾ, ਇਹ 'ਤੇ ਬੰਦਿਸ਼ ਹੈ ਕਿ ਤੂੰ ਕੋਈ ਨਸ਼ਾ ਨਹੀਂ ਕਰਨਾ, ਤੂੰ ਆਪਣਾ ਚਾਲ ਚਲ ਉੱਚਾ ਰੱਖਣਾ, ਤੂੰ ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਤੂੰ ਜਿਹੜਾ ਹੈ ਤੰਬਾਕੂ ਨਹੀਂ ਪੀਣਾ। ਇਸ ਤਰ੍ਹਾਂ ਇਹ ਬੰਦਿਸ਼ਾਂ ਨੇ, ਉਹਨਾਂ ਦੇ ਅਨੁਸਾਰ ਵੀ ਬੰਦਿਸ਼ਾਂ ਨੇ। ਕਿ ਜਿਸ ਬੰਦੇ ਨੇ ਪਰਮਾਤਮਾ ਦੇ ਦੀਦਾਰ ਕਰਨੇ ਨੇ, ਦੀਦਾਰ ਦਰਸ਼ਨਾਂ ਨੂੰ ਕਹਿੰਦੇ ਨੇ, ਜਿਸ ਨੇ ਵੀ ਪਰਮਾਤਮਾ ਦੇ ਦੀਦਾਰ ਕਰਨੇ ਨੇ, ਉਹਨੂੰ ਸ਼ਰੀਅਤ ਦੇ ਅਨੁਸਾਰ ਬੰਧਨਾਂ 'ਚ ਰਹਿਣਾ ਪੈਣਾ ਹੈ। ਉਸ 'ਤੇ ਇੱਕ ਬੰਧਨ ਨੇ, ਜਿਵੇਂ ਸਿੱਖ 'ਤੇ ਬੰਧਨ ਨੇ ਵੀ ਗੁਰੂ ਦਾ ਸਿੱਖ ਕੌਣ ਹੈ? ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ, ਜਿਹਦਾ ਜੀਵਨ ਗੁਰਬਾਣੀ ਅਨੁਸਾਰ ਹੈ ਨਾ ਬੰਦਿਸ਼ਾਂ। ਸੋ ਬੰਦਿਸ਼ ਤੋਂ ਬਿਨਾਂ ਨਹੀਂ ਗੱਲ ਬਣਿਆ ਕਰਦੀ। ਬੰਦੇ ਸੇ ਜੇ ਪਵੇਂ ਵਿੱਚ ਬੰਦੀ, ਵੇਖਣ ਕੋ ਦੀਦਾਰ। ਬੰਦੇ ਉਹੀ ਨੇ ਜਿਹੜੇ ਪਰਮਾਤਮਾ ਦੇ ਦਰਸ਼ਨ ਕਰਨ ਲਈ ਆਪਣੇ ਆਪ ਨੂੰ ਬੰਦਿਸ਼ਾਂ ਵਿੱਚ ਰੱਖਦੇ ਹਨ, ਖਾਸ ਨਿਯਮ ਅਨੁਸਾਰ ਜੀਵਨ ਜਿਉਂਦੇ ਨੇ। ਹਿੰਦੂ ਸਾਲਾਹੀ ਸਲਾਹਣ, ਦਰਸ਼ਨ ਰੂਪ ਅਪਾਰ। ਸਾਲਾਹੀ ਹੁੰਦਾ ਸਲਾਹੁਣ ਯੋਗ ਪਰਮਾਤਮਾ। ਹਿੰਦੂ ਪਰਮਾਤਮਾ ਨੂੰ ਸਲਾਹੁੰਦੇ ਹਨ, ਕਾਹਦੇ ਲਈ? ਦਰਸ਼ਨ ਰੂਪ ਅਪਾਰ, ਉਸ ਬੇਅੰਤ ਪਰਮਾਤਮਾ ਦੇ ਦਰਸ਼ਨ ਕਰਨ ਲਈ। ਹਿੰਦੂ ਵੀ ਸਿਫਤ ਸਲਾਹ ਕਰਦੇ ਨੇ, ਸਿਰਫ ਆਪਣਾ ਆਪਣਾ ਢੰਗ ਹੈ। ਤੀਰਥ ਨਾਵੇਂ, ਉਹ ਪਰਮਾਤਮਾ ਦੀ ਪ੍ਰਾਪਤੀ ਲਈ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਦੇ ਨੇ। ਜਿਵੇਂ ਤੀਸਰੇ ਪਾਤਸ਼ਾਹ ਬਣਨ ਤੋਂ ਪਹਿਲਾਂ 20 ਵਾਰ ਗੰਗਾ ਦੇ ਇਸ਼ਨਾਨ ਕਰਕੇ ਆਏ, ਕਿਉਂਕਿ ਉਹ ਹਿੰਦੂ ਸਨ।
ਅਤੇ ਹਿੰਦੂਆਂ ਦੇ ਅਨੁਸਾਰ ਅਸੀਂ ਪਰਮਾਤਮਾ ਦੀ ਪ੍ਰਾਪਤੀ ਤੀਰਥਾਂ 'ਤੇ ਇਸ਼ਨਾਨ ਕਰਕੇ ਹੁੰਦੀ ਹੈ, ਇਸ ਲਈ ਕਰਦੇ ਰਹੇ। ਅਤੇ ਜਦੋਂ ਗੁਰੂ ਮਿਲਿਆ ਤਾਂ ਫਿਰ ਪਤਾ ਲੱਗਿਆ ਵੀ ਤੀਰਥਾਂ 'ਤੇ ਇਸ਼ਨਾਨ ਕਰਕੇ ਰੱਬ ਨਹੀਂ ਮਿਲਦਾ, ਰੱਬ ਤੇ ਨਾਮ ਜਪ ਕੇ ਮਿਲਦਾ ਹੈ। ਸੋ ਹਿੰਦੂ ਵੀਰ ਜਿਹੜੇ ਨੇ ਤੀਰਥ ਨਾਵੇਂ, ਤੀਰਥਾਂ 'ਤੇ ਇਸ਼ਨਾਨ ਕਰਦੇ ਨੇ, ਅਰਚਾ ਪੂਜਾ, ਦੇਵੀ ਦੇਵਤਿਆਂ ਦੇ ਅੱਗੇ ਫੁੱਲ ਚੜ੍ਹਾਉਂਦੇ ਆ। ਅਰਚਾ ਪੂਜਾ ਦਾ ਫੁੱਲ ਚੜ੍ਹਾਉਣਾ, ਅਗਰ ਵਾਸ ਬਹਿਕਾਰ, ਅਤੇ ਦੇਵੀ ਦੇਵਤਿਆਂ ਦੀ ਮੂਰਤੀਆਂ ਦੇ ਅਗਰਬੱਤੀਆਂ ਜਲਾਉਂਦੇ ਨੇ ਸੁਗੰਧੀ ਲਈ। ਬਹਿਕਾਰ ਸੁਗੰਧੀ ਨੂੰ ਕਹਿੰਦੇ ਨੇ, ਸੈਂਟ ਛਿੜਕਣੇ, ਖੁਸ਼ਬੂ ਕਰਨੀ। ਉਹ ਇਸੇ ਨੂੰ ਹੀ ਰੱਬ ਦੀ ਪ੍ਰਾਪਤੀ ਦਾ ਸਾਧਨ ਗਿਣਦੇ ਹਨ। ਜਿਹੜੇ ਅੱਗੇ ਜੋਗੀਆਂ ਬਾਰੇ ਦੱਸਿਆ, ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ। ਜਿਹੜੇ ਜੋਗੀ ਨੇ ਇਹ ਅਫੁਰ ਅਵਸਥਾ 'ਚ, ਇਹ ਕਹਿੰਦੇ ਨੇ ਕੋਈ ਫੁਰਨਾ ਨਹੀਂ ਹੋਣਾ ਚਾਹੀਦਾ ਪਰਮਾਤਮਾ ਦੇ ਨਾਮ ਤੋਂ ਬਿਨਾਂ। ਅਫੁਰ ਅਵਸਥਾ ਹੋਣੀ ਹੈਗੀ। ਅਫੁਰ ਅਵਸਥਾ 'ਚ ਬੈਠ ਕੇ ਕਹਿੰਦੇ ਪਰਮਾਤਮਾ ਦਾ ਨਾਮ ਜਪਦੇ ਨੇ, ਅਤੇ ਇਹਨਾਂ ਨੇ ਪਰਮਾਤਮਾ ਦਾ ਨਾਮ ਰੱਖਿਆ ਅਲਖ। ਅਲਖ ਜਿਸ ਨੂੰ ਸਮਝਿਆ ਨਹੀਂ ਜਾ ਸਕਦਾ, ਜੋ ਸਾਡੀ ਸਮਝ ਤੋਂ ਉੱਪਰ, ਉਹਨੂੰ ਕਹਿੰਦੇ ਅਲਖ। ਦੂਜਾ ਅਰਥ ਹੈ ਜਿਹੜਾ ਦਿਖਾਈ ਨਹੀਂ ਦਿੰਦਾ। ਅਲਖ ਦਾ ਦੂਜਾ ਅਰਥ ਹੈ ਜੋ ਦਿਖਾਈ ਨਾ ਦੇਵੇ। ਸੋ ਪਰਮਾਤਮਾ ਜੋ ਸਾਡੀ ਮਤ ਬੁੱਧੀ ਸਮਝ ਤੋਂ ਉੱਪਰ ਹੈ, ਉਹਦਾ ਉਹ ਨਾਮ ਜਪਦੇ ਨੇ, ਅਤੇ ਉਹਦਾ ਨਾਮ ਰੱਖਿਆ ਉਹਨਾਂ ਨੇ ਅਲਖ। ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਕਾਇਆ ਹਿੰਦੀ ਦਾ ਸ਼ਬਦ ਹੈ। ਹਿੰਦੀ ਦੇ ਕਾਇਆ ਨਹੀਂ ਹੁੰਦਾ, ਕਾਇਆ ਹੁੰਦਾ, ਬਿਨਾਂ ਬਿੰਦੀ ਦਾ ਹੁੰਦਾ। ਸੂਖਮ ਜਿਹਨੂੰ ਆਪਾਂ ਕਹਿੰਦੇ ਸੂਖਮ। ਜਿਹੜੇ ਯੋਗੀ ਨੇ ਕਹਿੰਦੇ ਪਰਮਾਤਮਾ ਦਾ ਸਰੂਪ ਸੂਖਮ ਹੈ, ਸੂਖਮ ਹੈ, ਸਥੂਲ ਨਹੀਂ ਹੈ। ਸੂਖਮ ਸਰੂਪ ਹੈ ਪਰਮਾਤਮਾ ਦਾ, ਉਹਦਾ ਨਾਮ ਨਿਰੰਜਨ ਹੈ। ਤਾਂ ਹੀ ਕਹਿੰਦੇ ਅਲਖ ਨਿਰੰਜਨ। ਯੋਗੀ ਜਦੋਂ ਆ ਕੇ ਸੱਦ ਦਿੰਦੇ ਦਰਵਾਜ਼ੇ ਕੇ ਕਹੇ ਅਲਖ ਨਿਰੰਜਨ, ਕਾਇਆ ਕਾ ਆਕਾਰ। ਪਰ ਕਹਿੰਦੇ ਉਹਦੇ ਸਰੀਰ ਦਾ ਆਕਾਰ ਹੈ, ਭਾਵੇਂ ਸੂਖਮ ਹੈ ਪਰ ਕਹਿੰਦੇ ਆਕਾਰ ਹੈ। ਸਤੀਆਂ ਮਨ ਸੰਤੋਖ ਉਪਜੈ, ਦੇਣੇ ਕੈ ਵਿਚਾਰ। ਸਤੀ ਦਾਨੀ ਨੂੰ ਕਹਿੰਦੇ ਨੇ। ਜਿਹੜੇ ਦਾਨੀ ਨੇ ਉਹਨਾਂ ਦੇ ਮਨ 'ਚ ਆਉਂਦਾ ਵੀ ਦਾਨ ਦੇਣ ਦਾ ਵਿਚਾਰ ਆਉਂਦਾ, ਵੀ ਦਾਨ ਦੇਣਾ ਚਾਹੀਦਾ, ਕਿਉਂਕਿ ਦਾਨੀ ਨੇ, ਦਾਨੀ ਦਾ ਸੁਭਾਅ ਹੀ ਦਾਨ ਦੇਣਾ ਹੈ। ਉਹਨਾਂ ਦੇ ਮਨ 'ਚ ਫਿਰ ਸਬਰ ਸੰਤੋਖ ਪੈਦਾ ਹੁੰਦਾ। ਦਾਨ ਕੌਣ ਦੇ ਸਕਦਾ? ਜਿਹਦੇ ਅੰਦਰ ਸਬਰ ਸੰਤੋਖ ਹੈ। ਜਿਹੜਾ ਪਹਿਲਾਂ ਹੀ ਕਹਿੰਦਾ ਮੇਰੇ ਕੋਲ ਤਾਂ ਘੱਟ ਹੈ, ਉਹਨੇ ਕੀ ਦਾਨ ਦੇਣਾ? ਰਿਸ਼ਵਤ ਲੈਣ ਵਾਲੇ ਬੰਦੇ, ਮਿਲਾਵਟਾਂ ਕਰਨ ਵਾਲੇ ਬੰਦੇ, ਠੱਗੀਆਂ ਕਰਨ ਵਾਲੇ ਬੰਦੇ, ਚੋਰ ਬੰਦੇ, ਡਾਕੂ ਬੰਦੇ, ਲੁਟੇਰੇ, ਇਹ ਦਾਨ ਨਹੀਂ ਦੇ ਸਕਦੇ। ਇਹਨਾਂ ਸਭ ਕੋਸ਼ਿਸ਼ ਜਿਹਦੇ ਕੋਲ ਹੈ ਉਹਦੇ ਵੀ ਖੋਲੋ। ਦਾਨ ਉਹੀ ਬੰਦਾ ਦੇ ਸਕਦਾ ਜਿਹਦੇ ਅੰਦਰ ਸਬਰ ਸੰਤੋਖ ਹੁੰਦਾ, ਵੀ ਦਾਤੇ ਦਾ ਬਹੁਤ ਦਿੱਤਾ ਹੋਇਆ, ਆਪਣਾ ਫਰਜ਼ ਬਣਦਾ ਲੋੜਵੰਦ ਦੀ ਸਹਾਇਤਾ ਕਰਨ, ਉਹੀ ਕਰਦੇ। ਜਿਹਦੇ ਅੰਦਰ ਸੰਤੋਖ ਹੀ ਨਹੀਂ ਹੈ, ਜਿਹੜਾ ਆਪ ਹੀ ਭੁੱਖਾ ਹੈ। ਇੱਕ ਤਾਂ ਹੁੰਦਾ ਸਰੀਰ ਦਾ ਭੁੱਖਾ, ਇੱਕ ਹੁੰਦਾ ਮਨ ਦਾ ਭੁੱਖਾ। ਸਰੀਰ ਦਾ ਭੁੱਖਾ ਹੈ, ਇਹਨੂੰ ਰਜਾਇਆ ਜਾ ਸਕਦਾ ਹੈ। 2 ਰੋਟੀਆਂ ਖਾ ਲੇਗਾ, 4 ਖਾ ਲੇਗਾ, 6 ਖਾ ਲੇਗਾ, 8 ਖਾ ਲੇਗਾ, ਇੱਕ ਹੱਦ ਹੈ। ਪਰ ਜਿਹੜਾ ਮਨ ਦਾ ਭੁੱਖਾ ਹੁੰਦਾ ਕੋਈ ਹੱਦ ਨਹੀਂ। ਪਹਿਲਾਂ ਸੋਚਦੇ ਜੇ ਮੇਰੇ ਕੋਲ 1 ਲੱਖ ਰੁਪਏ ਹੋਵੇ ਬਹੁਤ ਹੈ। ਜਦੋਂ ਲੱਖ ਹੁੰਦਾ ਫਿਰ ਉਹ ਕਹਿੰਦੇ ਤਾਂ ਕੁਛ ਵੀ ਨਹੀਂ। ਕਹਿੰਦਾ ਮੇਰੇ ਕੋਲ 1 ਕਰੋੜ ਹੋਣਾ ਚਾਹੀਦਾ ਹੈ। ਕਰੋੜ ਹੋ ਜਾਂਦਾ ਫਿਰ ਉਹ ਕਹਿੰਦੇ ਇਹ ਤਾਂ ਕੁਛ ਵੀ ਨਹੀਂ। ਇਸ ਲਈ ਉਹਦੀ ਭੁੱਖ ਨਹੀਂ ਮਿਟਦੀ। ਸਿਆਣੇ ਕਹਿੰਦੇ ਨੇ ਅੱਗ ਦੇ ਉੱਤੇ ਜਿੰਨਾ ਬਾਲਣ ਪਾਈ ਜਾਓ ਅੱਗ ਬੁਝਦੀ ਨਹੀਂ, ਸਗੋਂ ਹੋਰ ਮੱਚਦੀ ਹੈ, ਹੋਰ ਮੱਚਦੀ ਹੈ।
ਪੈਸਾ ਜਿੰਨਾ ਇਕੱਠਾ ਕਰੀ ਜਾਓ, ਤੁਹਾਡੇ ਅੰਦਰ ਹੋਰ ਇੱਛਾ ਹੋਏਗੀ, ਹੋਰ ਇਕੱਠਾ ਕਰਨ ਦੇ, ਹੋਰ ਭੁੱਖ ਵਧੇਗੀ। ਗਰੀਬ ਨੂੰ ਇੰਨੀ ਭੁੱਖ ਨਹੀਂ ਮਾਇਆ ਦੀ ਜਿੰਨੀ ਅਮੀਰ ਨੂੰ ਹੈ। ਜਦ ਤੁਸੀਂ ਕਰੋੜਪਤੀ ਹੋ ਜਾਓਗੇ, ਤੁਹਾਡੀ ਭੁੱਖ ਵੱਧ ਜਾਏਗੀ ਵੀ ਹੋਰ ਮਾਇਆ ਚਾਹੀਦੀ ਹੈ। ਇਹ ਤਾਂ ਕੁਝ ਵੀ ਨਹੀਂ, ਕਰੋੜ ਦੇ ਵਿੱਚ ਕੋਠੀ ਵੀ ਨਹੀਂ ਪੈਂਦੀ, ਇਹ ਤਾਂ ਥੋੜ੍ਹੀ ਜਿਹੀ ਹੈ। 10 ਕਰੋੜ ਹੋ ਗਏ, ਫਿਰ ਕਹਿੰਦੇ ਵੱਡਾ ਸਾਰਾ ਬੰਗਲਾ ਚਾਹੀਦਾ ਹੈ, ਨੌਕਰ ਚਾਕਰ ਵੀ ਚਾਹੀਦੇ ਨੇ, ਉਹ 2 ਕਰੋੜ ਦੀ ਕਾਰ ਵੀ ਚਾਹੀਦੀ ਹੈਗੀ, ਬੜਾ ਕੁਝ ਚਾਹੀਦਾ। ਜਿਹੜਾ ਮਾਨਸਿਕ ਭੁੱਖ ਹੈ ਨਾ, ਇਹ ਕਦੇ ਨਹੀਂ ਬੰਦੇ ਦੂਰ ਹੋਇਆ ਕਰਦੇ। ਇਹ ਤਾਂ ਅੰਦਰ ਸਬਰ ਸੰਤੋਖ ਜਿਹਨਾਂ ਦੇ ਹੁੰਦਾ, ਸਿਰ ਉਹੀ ਦਾਨ ਕਰ ਸਕਦੇ ਨੇ। ਦੂਜੇ ਜੇ ਦਾਨ ਕਰਦੇ ਨੇ ਤਾਂ ਵਿਖਾਵਾ ਕਰਦੇ ਨੇ, ਲੋਕ ਕਹਿਣਗੇ ਬੱਲੇ ਬੱਲੇ ਬੜਾ ਦਾਨੀ ਹੈ ਜੀ, ਬੜਾ ਦਾਨੀ। ਆ ਨਾ ਥੋੜ੍ਹੀ ਜਿਹੀ ਕਿਸੇ ਦੀ ਮਦਦ ਕਰਕੇ ਫਿਰ ਅਖਬਾਰਾਂ 'ਚ ਛਪਾਉਂਦੇ ਤਸਵੀਰਾਂ, ਅਖਬਾਰਾਂ 'ਚ ਤਸਵੀਰਾਂ ਛਪਾਉਂਦੇ ਨੇ ਵੀ ਫਲਾਣੇ ਨੇ ਜੀ 10,000 ਦਾਨ ਕੀਤਾ, ਸਿਰਫ ਤਸਵੀਰ ਛਪਾਉਣ ਲਈ। ਜੋ ਤਸਵੀਰਾਂ ਛਾਪਣ ਵਾਲੇ ਵੀ ਪੈਸੇ ਲੈਂਦੇ ਨੇ, ਲਿਓ ਜੀ ਤਾਂ ਛਾਪਾਂਗੇ, ਉਹ ਕਿਹੜੋਂ ਜੀ ਛਾਪਦੇ ਨੇ, ਉਹ ਵੀ ਉਂਝ ਨਹੀਂ ਛਾਪਦੇ ਅਖਬਾਰਾਂ ਵਾਲੇ ਵੀ, ਕਿਉਂਕਿ ਲਿਓ ਪੈਸੇ ਦਿਓ ਜੀ। ਇੱਕ ਆ ਗਿਆ ਮੇਰੇ ਕੋਲ ਅਖਬਾਰ ਵਾਲਾ, ਬਾਬਾ ਮੈਂ ਤੁਹਾਡਾ ਜੀਵਨ ਛਾਪਣਾ। ਅੱਛਾ, ਮੈਨੂੰ ਪਤਾ ਸੀ। ਮੈਂ ਕੀ ਲਓਗੇ ਜੀ? 1100 ਦੇ ਦਿਓ ਜੀ। ਮੈਨੂੰ ਤਾਂ ਲੋੜ ਨਹੀਂ ਹੈ, ਮੈਂ ਨਹੀਂ ਆਪਣਾ ਜੀਵਨ ਛਪਾਉਣਾ। ਕੀ ਹੋ ਜਾਏਗਾ? ਮੈਨੂੰ ਮੰਨ ਲਓ 1 ਲੱਖ ਬੰਦਾ ਜਾਣਨ ਲੱਗ ਜਾਏਗਾ, ਮੈਂ ਕਿਹੜਾ ਇਲੈਕਸ਼ਨ ਲੜਨੀਆਂ ਨੇ? ਜੇ ਤਾਂ ਇਲੈਕਸ਼ਨ ਲੜਨੀ ਹੋਵੇ ਫਿਰ ਤਾਂ ਹੋਣਾ ਵੀ ਹਾਂ ਬੱਲੇ ਬੱਲੇ ਫਲਾਣਾ ਬੰਦਾ ਜੀ, ਮੈਂ ਤਾਂ ਕੋਈ ਇਲੈਕਸ਼ਨ ਨਹੀਂ ਲੜਨੀ। ਕਹਿਣ ਦਾ ਭਾਵ ਹੈ ਵੀ ਜੇ ਤੁਸੀਂ ਆਪਣੇ ਬਾਰੇ ਛਪਾਉਣਾ ਹੈ ਨਾ, ਵੀ ਮੈਂ ਸੰਥਿਆ ਦਿੰਦਾ ਜੀ, ਮੈਂ ਕਥਾ ਕਰਦਾ ਜੀ, ਮੈਂ ਹੁਣ ਤੱਕ 2306 ਬੰਦਿਆਂ ਨੂੰ ਪਾਠ ਸਿਖਾਤਾ ਜੀ, ਮੈਂ ਪਾਠ ਮੁਫਤ ਸਿਖਾਉਂਦਾ ਜੀ, ਜਿਹੜਾ ਅਸੀਂ ਅਖੰਡ ਪਾਠ ਕਰਦੇ ਹਾਂ ਜੀ ਉਹ ਵੀ ਮੁਫਤ ਕਰਦੇ ਹਾਂ ਜੀ, ਅਸੀਂ 25 ਬੰਦਿਆਂ ਨੂੰ ਰੁਜ਼ਗਾਰ ਦਿੱਤਾ ਹੋਇਆ ਜੀ, ਅਸੀਂ ਪਾਠਾਂ ਦੀ ਲੜੀ ਚਲਾਈ ਹੋਈ ਹੈ ਤਾਂ ਜੋ ਉਹਨਾਂ ਨੂੰ ਰੁਜ਼ਗਾਰ ਮਿਲੇ ਜੀ। ਇਹੋ ਜਿਹੀਆਂ ਚੀਜ਼ਾਂ ਛਪਾਉਣ ਲਈ ਅਤੇ ਆਪਣੀ ਫੋਟੋ ਛਪਾਉਣ ਲਈ ਫਿਰ ਪੈਸੇ ਦਿਓ ਜੀ, ਤਾਂ ਜੋ ਨਾਮ ਹੋ ਜਾਏ ਵੀ ਬੱਲੇ ਬੱਲੇ ਫਲਾਣਾ ਆਹ ਕੁਛ ਹੈ। ਪਰ ਜਿਹੜੇ ਦਾਨੀ ਲੋਕ ਹੁੰਦੇ ਨੇ ਉਹਨਾਂ ਦੇ ਅੰਦਰ ਸਬਰ ਸੰਤੋਖ ਹੁੰਦਾ। ਸਤੀਆਂ ਮਨ ਸੰਤੋਖ ਉਪਜੇ, ਦੇਣੇ ਕਹਿ ਵਿਚਾਰ। ਹੁਣ ਦੇ ਮਨ 'ਚ ਸਬਰ ਸੰਤੋਖ ਹੁੰਦਾ, ਤਾਂ ਹੀ ਦਾਨ ਦੇਣ ਦਾ ਵਿਚਾਰ ਉਹਨਾਂ ਦੇ ਅੰਦਰ ਪੈਦਾ ਹੁੰਦਾ ਹੈ ਵੀ ਹਾਂ ਭਾਈ ਸਹਾਇਤਾ ਕਰਨੀ ਚਾਹੀਦੀ, ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ। ਦੇ ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਉਹ ਦਾਨ ਤੇ ਦਿੰਦੇ ਨੇ, ਪਰ ਕਾਹਦੇ ਲਈ? ਸੋਭ ਕਰੇ, ਲੋਕ ਵਡਿਆਈ ਕਰਨ, ਬੱਲੇ ਬੱਲੇ ਫਲਾਣੇ ਦਾਨ ਦਿੱਤਾ ਹੀ ਨਾ। ਉਹ ਦਾਨ ਤੇ ਦਿੰਦੇ ਨੇ ਪਰ ਲੋਕਾਂ ਤੋਂ ਵਡਿਆਈ ਕਰਾਉਣ ਲਈ ਦਿੰਦੇ ਨੇ। ਮੰਗੇ ਸਹਿਸਾ ਗੁਣਾ, ਸਹਿਸਾ ਹੁੰਦਾ ਹਜ਼ਾਰਾਂ, ਜਿੰਨਾ ਦਿੰਦੇ ਨੇ ਪਰਮਾਤਮਾ ਤੋਂ ਉਦੋਂ ਵੱਧ ਹਜ਼ਾਰਾਂ ਗੁਣਾ ਮੰਗਦੇ ਨੇ, ਉਹ ਤੋਂ ਹਜ਼ਾਰਾਂ ਗੁਣਾ ਵੱਧ ਮੰਗਦੇ ਨੇ। ਇਸ ਜੇ ਦਾਨ ਕੀਤਾ ਜਾ ਰਿਹਾ, ਕਹਿੰਦੇ ਉਹ ਵੀ ਇਸ ਲਈ ਕਿ ਲੋਕ ਵਡਿਆਈ ਕਰਨ। ਨਹੀਂ, ਲੋਕਾਂ ਦੀ ਵਡਿਆਈ ਦੀ ਖਾਤਰ ਦਾਨ ਨਹੀਂ ਕਰਨਾ, ਲੋੜਵੰਦ ਦੀ ਲੋੜ ਵੇਖ ਕੇ ਉਹਦੀ ਸਹਾਇਤਾ ਕਰਨੀ ਹੈ। ਜਿੰਨੇ ਜੋਗੇ ਹੋ ਉਹਦੇ ਅਨੁਸਾਰ ਸਹਾਇਤਾ ਕਰ ਦਿਓ। ਆਪਣੇ ਚੌੜ 'ਚ ਆ ਕੇ, ਹਉਮੈ 'ਚ ਆ ਕੇ ਆਪਣੇ ਵਿੱਤ ਤੋਂ ਵੱਧ ਨਹੀਂ ਕਿਸੇ ਦੀ ਮਦਦ ਕਰੀਦੀ। ਉਨੀ ਕੀ ਮਦਦ ਕਰੀਦੀ ਹੈ ਜਿੰਨੇ ਤੁਸੀਂ ਸਮਰੱਥ ਹੋ, ਆਰਾਮ ਨਾਲ ਤੁਸੀਂ ਕਰ ਸਕਦੇ ਹੋ। ਚੋਰਾਂ ਜਾਰਾਂ ਤੈ ਕੁੜਿਆਰਾਂ, ਖਾਰਾਬਾਂ ਬੇਕਾਰ। ਕਈ ਚੋਰ ਨੇ, ਯਾਰ ਨੇ, ਬਦਮਾਸ਼ ਨੇ। ਤੈ ਮਨੇ ਅਤੇ, ਤੈਂ ਹੁੰਦਾ ਉਹਦਾ ਅਰਥ ਹੁੰਦਾ ਤੂੰ, ਇਹ ਤੈ ਮਨੇ ਅਤੇ। ਕੂੜਿਆਰਾਂ ਕੂੜ, ਝੂਠ ਬੋਲਣ ਵਾਲੇ।
ਖਰਾਬਾਂ ਜਿਹੜੇ ਖਰਾਬ ਬੰਦੇ ਨੇ, ਮਾੜੇ ਕੰਮ ਕਰਨ ਵਾਲੇ। ਬੇਕਾਰ ਜਿਹੜੇ ਬੁਰਾਈਆਂ ਕਰਨ ਵਾਲੇ ਲੋਕ ਨੇ, ਕਈ ਇਹਨਾਂ ਦੀ ਸੰਗਤ ਕਰਦੇ ਨੇ। ਕੋਈ ਚੋਰਾਂ ਦੀ ਸੰਗਤ ਕਰ ਰਿਹਾ, ਕੋਈ ਯਾਰਾਂ ਦੀ ਕਰ ਰਿਹਾ, ਕੋਈ ਕਿਰਿਆਂ ਦੀ ਕਰ ਰਿਹਾ, ਕੋਈ ਖਰਾਬ ਬੰਦਿਆਂ ਦੀ, ਬੇਕਾਰਾਂ ਦੀ ਸੰਗਤ ਕਰ ਰਿਹਾ। ਫਿਰ ਹੁੰਦਾ ਕੀ ਹੈ, ਇੱਕ ਮੈਨੇ ਕਈ, ਇੱਕ ਹੁੰਦਾ ਖਾਏ ਚਲੇ ਐ ਥਾਉ ਤਿਨਾ ਪਿਕਾਈ ਕਰ। ਕਈਆਂ ਕੋਲ ਜੋ ਕੁਛ ਹੈ, ਪਰ ਥੋੜ੍ਹੇ ਬਹੁਤ ਜਿਹੜੇ ਗੁਣ ਨਾਲ ਲੈ ਕੇ ਆਏ ਸਨ, ਇੱਥੇ ਹੀ ਖਾ ਕੇ ਚਲੇ, ਮੁਕਾ ਕੇ ਚਲੇ ਜਾਂਦੇ ਨੇ। ਕਿਉਂ? ਮਾੜਿਆਂ ਦੀ ਸੰਗਤ ਕੀਤੀ। ਜਦੋਂ ਆਪਾਂ ਮਾੜਿਆਂ ਦੀ ਸੰਗਤ ਕਰਾਂਗੇ, ਸਾਡੇ ਅੰਦਰ ਜਿਹੜੇ ਗੁਣ ਨੇ ਉਹ ਖਤਮ ਹੋ ਜਾਂਦੇ ਨੇ। ਜਦੋਂ ਅਸੀਂ ਮਾੜਿਆਂ ਦੀ ਸੰਗਤ ਕਰਾਂਗੇ, ਭਜਨ ਬੰਦਗੀ ਨਹੀਂ ਕਰਾਂਗੇ। ਹਰ ਬਿਸਰਤ ਤੇਰੇ ਗੁਣ ਗਲਿਆ ਆਉਂਦਾ ਨਾ, ਹਰੀ ਨੂੰ ਵਿਸਾਰ ਕੇ ਹੇ ਇਨਸਾਨ ਤੇਰੇ ਗੁਣ ਸਾਰੇ ਖਤਮ ਹੋ ਜਾਣਗੇ। ਪਰਮਾਤਮਾ ਨੂੰ ਯਾਦ ਕਰਦੇ ਰਹੇ, ਗੁਣਾਂ 'ਚ ਵਾਧਾ ਹੁੰਦਾ ਹੈ। ਪਰਮਾਤਮਾ ਨੂੰ ਭੁਲਾ ਦਈਏ, ਔਗੁਣਾਂ 'ਚ ਵਾਧਾ ਹੋਣਾ ਸ਼ੁਰੂ ਹੋ ਜਾਂਦਾ। ਪਰਮਾਤਮਾ ਨੂੰ ਯਾਦ ਕਰੋ, ਤੁਹਾਡੇ ਗੁਣਾਂ 'ਚ ਵਾਧਾ ਹੋ ਜਾਏਗਾ, ਔਗੁਣ ਘਟਦੇ ਜਾਣਗੇ। ਪਰ ਜੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਮਾੜਿਆਂ ਦੀ ਸੰਗਤ ਕੀਤੀ, ਤਾਂ ਗੁਣ ਖਤਮ ਹੁੰਦੇ ਜਾਣਗੇ ਅਤੇ ਔਗੁਣ ਵੱਧਦੇ ਜਾਣਗੇ। ਇਹ ਕੰਮ ਇੱਕੋ ਸਮੇਂ ਦੋਨੋਂ ਕੰਮ ਹੁੰਦੇ ਨੇ। ਜੇ ਗੁਣ ਵੱਧ ਰਹੇ ਨੇ ਤਾਂ ਇਹਦਾ ਮਤਲਬ ਔਗੁਣ ਘਟ ਰਹੇ ਨੇ, ਅਤੇ ਜੇ ਔਗੁਣ ਵੱਧ ਰਹੇ ਨੇ ਤਾਂ ਇਹਦਾ ਮਤਲਬ ਗੁਣ ਘਟ ਰਹੇ ਨੇ। ਸੋ ਇਹੋ ਜਿਹੇ ਭੈੜੇ ਲੋਕਾਂ ਦੀ ਸੰਗਤ ਕਰਕੇ ਕਈ ਜਿਹੜੇ ਨੇ ਇੱਥੇ ਜੋ ਕੁਝ ਵੀ ਹੈ ਉਹ ਖਾ ਕੇ ਚਲੇ ਜਾਂਦੇ, ਪਾਪ ਮੁਕਾ ਕੇ ਚਲੇ ਜਾਂਦੇ ਨੇ, ਗੁਣ ਖਤਮ ਕਰਕੇ ਚਲੇ ਜਾਂਦੇ ਹਨ। ਤਿਨਾ ਪੇ ਕਾਈ ਕਾਰ, ਕਾਈ ਮੈਨੇ ਕੀ, ਉਹਨਾਂ ਦਾ ਫਿਰ ਕੀ ਕੰਮ ਹੋਇਆ? ਭਾਵ ਉਹਨਾਂ ਦਾ ਕੰਮ ਕਿਸੇ ਕੰਮ ਨਾ ਆਇਆ, ਉਹਨਾਂ ਦਾ ਜੀਵਨ ਕਿਸੇ ਕੰਮ ਦਾ ਨਾ ਰਿਹਾ, ਉਹਨਾਂ ਦਾ ਜੀਵਨ ਵਿਅਰਥ ਚਲਿਆ ਗਿਆ। ਆਏ ਸੀ ਸ਼ੁਭ ਕਰਮ ਕਰਨ, ਆਏ ਸੀ ਨਾਮ ਜਪਣ, ਇਹ ਤਾਂ ਮਾੜਿਆਂ ਦੀ ਸੰਗਤ ਕਰਕੇ, ਮਾੜੇ ਕੰਮ ਕਰਕੇ ਜੋ ਗੁਣ ਸਨ ਉਹ ਸਾਰੇ ਖਤਮ ਕਰਕੇ ਤਾਂ ਚਲੇ ਗਏ। ਜਲ ਥਲ ਜੀਆਂ ਪੁਰੀਆਂ ਲੋਹਾਂ ਆਕਾਰਾਂ ਆਕਾਰ। ਜੀਵ ਜਿਹੜੇ ਨੇ ਇਹ ਪਾਣੀ 'ਚ ਵੀ ਨੇ, ਥਲ ਧਰਤੀ 'ਤੇ ਵੀ ਨੇ, ਪੁਰੀਆਂ ਜਿਹੜੀ 14 ਪੁਰੀਆਂ ਗਿਣੀ ਗਏ ਨੇ ਉੱਥੇ ਵੀ ਜੀਵ ਨੇ, ਲੋਹਾਂ ਧਰਤੀਆਂ ਨੂੰ ਕਹਿੰਦੇ। ਲੋਏ ਇੱਕ ਵਚਨ ਹੈ, ਲੋ ਬਹੁਵਚਨ ਹੈ। ਲੋਹਾਂ ਧਰਤੀਆਂ, ਆਕਾਰਾਂ ਆਕਾਰ। ਇਹਨਾਂ ਸਾਰੀਆਂ ਧਰਤੀਆਂ 'ਤੇ ਪੁਰੀਆਂ 'ਤੇ ਪਾਣੀ ਵਿੱਚ, ਥਲ ਵਿੱਚ ਜੀਵ ਰਹਿੰਦੇ ਨੇ, ਜਿਹੜੇ ਅੱਡ ਅੱਡ ਆਕਾਰਾਂ ਦੇ ਹਨ। ਕੋਈ ਵੱਡਾ ਹੈ, ਕੋਈ ਛੋਟਾ ਹੈ। ਓਏ ਜੇ ਆਖੇ, ਓਏ ਬਹੁਵਚਨ ਸ਼ਬਦ ਹੈ। ਉਹ ਊੜੇ ਦਾ ਮੂੰਹ ਖੁੱਲ੍ਹਾ, ਹਾਹੇ ਨੂੰ ਔਂਕੜ ਉਹ ਇੱਕ ਵਚਨ ਹੈ ਅਤੇ ਪੁਲਿੰਗ ਹੈ। ਇੱਕ ਹੈ ਊੜੇ ਦਾ ਮੂੰਹ ਖੁੱਲ੍ਹਾ, ਹਾਹਾ ਉਹ ਇੱਕ ਵਚਨ ਹੈ, ਇਸਤਰੀ ਲਿੰਗ ਹੈ। ਉਹਦਾ ਬਹੁਵਚਨ ਉਹ, ਊੜੇ ਦਾ ਮੂੰਹ ਖੁੱਲ੍ਹਾ, ਹਾਹੇ ਨੂੰ ਸਿਹਾਰੀ ਉਹ ਬਹੁਵਚਨ ਹੈ। ਇਸੇ ਤਰ੍ਹਾਂ ਓਏ ਵੀ ਬਹੁਵਚਨ ਹੈ। ਓਏ ਭਾਵ ਉਹ ਜੀਵ ਜਿਹੜੇ ਨੇ। ਓਏ ਜੇ ਆਖੇ ਸੋ ਤੂੰ ਹੈ ਜਾਣੇ। ਉਹ ਜੀਵ ਜੋ ਵੀ ਆਖਦੇ ਨੇ, ਹੇ ਪਰਮਾਤਮਾ ਤੂੰ ਜਾਣਦਾ। ਜਿਵੇਂ ਦੇਖੋ ਆਪਾਂ ਪਸ਼ੂਆਂ ਪੰਛੀਆਂ ਦੀ ਬੋਲੀ ਨਹੀਂ ਜਾਣਦੇ, ਬੋਲ ਵੀ ਰਹੇ ਨੇ। ਕਬੂਤਰ ਮੈਂ ਦੇਖੇ ਬੋਲ ਰਹੇ ਨੇ, ਉਹ ਕੁਛ ਕਹਿ ਰਹੇ ਨੇ ਦੂਜੇ ਸਾਥੀ ਨੂੰ। ਮੱਝਾਂ ਬੋਲ ਰਹੀਆਂ, ਗਊਆਂ ਬੋਲਦੀਆਂ, ਸਾਰੇ ਜਾਨਵਰ ਬੋਲਦੇ ਨੇ, ਪਰ ਜਾਨਵਰ ਹੀ ਜਾਨਵਰ ਦੀ ਬੋਲੀ ਸਮਝ ਸਕਦਾ। ਆਪਾਂ ਨਹੀਂ ਪਤਾ ਲੱਗਦਾ ਕੀ ਕਹਿ ਰਹੇ ਨੇ, ਆਪਾਂ ਨੂੰ ਨਹੀਂ ਪਤਾ ਲੱਗਦਾ ਕੀ ਕਹਿ ਰਹੇ ਨੇ, ਪਰ ਪਰਮਾਤਮਾ ਘਟ ਘਟ ਕੀ ਜਾਣਤ ਵਾਲਾ ਹੈ। ਓਏ ਜੇ ਆਖੇ ਵੀ ਇਹ ਜੀਵ ਜੋ ਆਖਦੇ ਨੇ, ਜੇ ਮੈਨੇ ਜੋ ਆਖੇ ਸੋ ਤੂੰ ਹੈ ਜਾਣੇ। ਹੇ ਪਰਮਾਤਮਾ ਉਹ ਤੂੰ ਜਾਣਦਾ।
ਇਹ ਜੀਵ ਜੋ ਵੀ ਕਹਿ ਰਹੇ ਨੇ ਉਹ ਤੂੰ ਜਾਣਦਾ ਹੈ। ਤਿਨਾ ਵੀ ਤੇਰੀ ਸਾਰ, ਤੇ ਉਹਨਾਂ ਨੇ ਤੇਰੇ ਹੀ ਓਟ ਆਸਰਾ। ਸਾਨੂੰ ਤਾਂ ਕਿਸੇ ਦੋਸਤ ਮਿੱਤਰ ਦਾ, ਰਿਸ਼ਤੇਦਾਰ ਦਾ, ਕਿਸੇ ਅਫਸਰ ਦਾ, ਕਿਸੇ ਹੋਰ ਦਾ ਓਟ ਆਸਰਾ। ਪਰ ਬਾਕੀ ਜੂਨੀਅਰ ਜਿਹੜੇ ਜੀਵ ਨੇ ਉਹਨਾਂ ਨੂੰ ਪਰਮਾਤਮਾ ਦਾ ਹੀ ਆਸਰਾ ਹੈ। ਸਾਰ ਮਨੇ ਆਸਰਾ। ਤਿਨਾ ਵੀ ਤੇਰੀ ਸਾਰ, ਇਹ ਪਰਮਾਤਮਾ ਉਹਨਾਂ ਜੀਵਾਂ ਨੂੰ ਤੇਰਾ ਹੀ ਓਟ ਆਸਰਾ ਹੈ। ਤੂੰ ਹੀ ਉਹਨਾਂ ਨੂੰ ਜਾਣਦਾ ਵੀ ਉਹ ਕੀ ਕਹਿ ਰਹੇ ਹਨ। ਤੂੰ ਕਿਉਂਕਿ ਭੇਦ ਪੈਦੇ ਤੂੰ ਹੀ ਕੀਤੇ। ਨਾਨਕ ਭਗਤਾਂ ਭੁੱਖ ਸਲਾਹਨ, ਸੱਚ ਨਾਮ ਆਧਾਰ। ਜਿਹੜੇ ਭਗਤ ਨੇ ਉਹਨਾਂ ਨੂੰ ਭੁੱਖ ਕਾਹਦੀ ਦੇ? ਸਲਾਹਨ, ਪਰਮਾਤਮਾ ਦੀ ਸਿਫਤ ਸਲਾਹ ਦੀ। ਉਹ ਪਰਮਾਤਮਾ ਦੀ ਸਿਫਤ ਸਲਾਹ ਦੀ ਉਹਨਾਂ ਨੂੰ ਭੁੱਖ ਲੱਗੀ ਰਹਿੰਦੀ ਹੈ ਵੀ ਮੈਂ ਵੱਧ ਤੋਂ ਵੱਧ ਪਰਮਾਤਮਾ ਦਾ ਨਾਮ ਜਪਾਂ। ਇਹ ਉਹਨਾਂ ਦੀ ਭੁੱਖ ਹੈ, ਉਹਨਾਂ ਦੀ ਇੱਛਾ ਹੈ, ਇਹ ਉਹਨਾਂ ਦੀ ਤਮੰਨਾ ਹੈ। ਸੱਚ ਨਾਮ ਆਧਾਰ, ਉਹਨਾਂ ਦੇ ਜੀਵਨ ਦਾ ਆਧਾਰ ਪਰਮਾਤਮਾ ਦਾ ਨਾਮ ਹੈ। ਆਖਾਂ ਜੀਵਾਂ ਵਿਸਰਾ ਮਰ ਜਾਉ। ਉਹਨਾਂ ਦੇ ਜੀਵਨ ਦਾ ਆਧਾਰ ਜਿਹੜਾ ਹੈ ਉਹ ਪਰਮਾਤਮਾ ਦਾ ਨਾਮ ਹੈ। ਉਹਨਾਂ ਨੂੰ ਹਮੇਸ਼ਾ ਪਰਮਾਤਮਾ ਦੀ ਸਿਫਤ ਸਲਾਹ ਦੀ ਭੁੱਖ ਲੱਗੀ ਰਹਿੰਦੀ ਹੈ, ਇਸ ਲਈ ਉਹਨੂੰ ਭਗਤ ਕਹਿੰਦੇ ਨੇ। ਜਿਹਨੂੰ ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਦੀ ਭੁੱਖ ਲੱਗੀ ਰਹਿੰਦੀ ਹੈ ਉਹ ਹਮੇਸ਼ਾ ਆਨੰਦ 'ਚ ਰਹਿੰਦਾ ਹੈ। ਤਾਂ ਗੁਰਬਾਣੀ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਉਹ ਤਾਂ ਸਦਾ ਹੀ ਖੁਸ਼ ਰਹਿੰਦੇ। ਭਗਤ ਸਦਾ ਹੀ ਖੁਸ਼ ਰਹਿੰਦੇ ਨੇ। ਕਿਉਂ? ਕਿਉਂਕਿ ਹਮੇਸ਼ਾ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ। ਪਰਮਾਤਮਾ ਆਨੰਦ ਸਰੂਪ ਹੈ, ਆਨੰਦ ਹੀ ਆਨੰਦ ਹੈ। ਉਹਦਾ ਨਾਮ ਜਪਣ ਵਾਲਾ ਵੀ ਇੱਕ ਦਿਨ ਆਨੰਦ 'ਚ ਆ ਜਾਂਦਾ ਹੈ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਨਾਮ ਜਪਦਾ ਜਪਦਾ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ, ਫਿਰ ਆਨੰਦ ਹੀ ਆਨੰਦ ਹੈ। ਜਿਵੇਂ ਪਹਾੜ ਵੱਲ ਨੂੰ ਜਾਈਏ ਅਤੇ ਠੰਡ ਆਪਣੇ ਆਪ ਵੱਧਦੀ ਜਾਂਦੀ ਹੈ, ਇਸ ਲਈ ਜਿਉਂ-ਜਿਉਂ ਪਰਮਾਤਮਾ ਵੱਲ ਨੂੰ ਜਾਈਏ ਸੁੱਖ ਆਪਣੇ ਆਪ ਹੀ ਮਿਲਦਾ ਜਾਂਦਾ ਹੈ। ਮੰਗਣ ਦੀ ਲੋੜ ਨਹੀਂ ਹੁੰਦੀ। ਪਰਮਾਤਮਾ ਵੱਲ ਨੂੰ ਜਾਈ ਜਾਓ। ਤੁਸੀਂ ਕਹੋ ਪਰਮਾਤਮਾ ਵੱਲ ਨੂੰ ਕਿਵੇਂ ਜਾਣਾ? ਉਹਦਾ ਨਾਮ ਜਪਣਾ ਹੀ ਪਰਮਾਤਮਾ ਵੱਲ ਨੂੰ ਜਾਣਾ ਹੈ। ਉਹਦਾ ਨਾਮ ਜਪੀ ਜਾਓ। ਬੈਠੇ ਤਾਂ ਤੁਸੀਂ ਆਪਣੇ ਘਰ 'ਚ ਹੀ ਹੋ। ਪਰਮਾਤਮਾ ਸਪੋਜ਼ ਕਰੋ ਸੱਚਖੰਡ 'ਚ ਬੈਠਾ ਹੈ, ਤੁਸੀਂ ਆਪਣੇ ਘਰ ਬੈਠੇ ਹੋ। ਤੁਸੀਂ ਨਾਮ ਜਪ ਰਹੇ ਹੋ, ਸਮਝੋ ਤੁਸੀਂ ਪਰਮਾਤਮਾ ਵੱਲ ਨੂੰ ਜਾ ਰਹੇ ਹੋ। ਪਰਮਾਤਮਾ ਵੱਲ ਨੂੰ ਜਾ ਰਹੇ ਹੋ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਅਸੀਂ ਇੱਕ ਪੈਂਡਾ ਤੁਰਨਾ ਗੁਰੂ ਵੱਲ ਨੂੰ। ਗੁਰੂ ਮਹਾਰਾਜ ਕਰੋੜਾਂ ਪੈਂਡੇ ਤੁਰ ਕੇ ਸਾਡੇ ਵੱਲ ਨੂੰ ਆਉਣਾ ਹੈ। ਦੇਖੋ ਗੱਲ ਤੁਰਨ ਦੀ ਹੈ। ਇਹ ਤੁਰਨ 'ਚ ਫਰਕ ਹੈ। ਤੁਸੀਂ ਕਹੋ ਇਸ ਤਰ੍ਹਾਂ ਜੀ ਰੋਜ਼ ਹੀ ਤੁਰ ਕੇ ਗੁਰਦੁਆਰੇ ਜਾਂਦੇ। ਉਹ ਗੁਰੂ ਵੱਲ ਨਹੀਂ ਜਾਂਦੇ। ਉਹ ਤਾਂ ਉਸ ਤੋਂ ਮੰਗਣ, ਜਿਹੜੇ ਮੰਗਤੇ ਬਣ ਕੇ ਜਾਂਦੇ, ਉਹਨੂੰ ਮਿਲਣ ਨਹੀਂ ਜਾਂਦੇ। ਜੇ ਕਈ ਆ ਜਾਣਗੇ ਜੀ, ਮੈਂ ਆਓ ਜੀ ਕਿਵੇਂ ਆਏ? ਤੁਹਾਡੇ ਦਰਸ਼ਨ ਕਰਨ ਆਏ ਹਾਂ। ਮੇਰੇ ਦਰਸ਼ਨਾਂ ਬਿਨਾਂ ਤੁਹਾਡਾ ਗੱਡਾ ਖੜਾ ਹੈ। ਉਂਝ ਕੌਣ ਕਿਸੇ ਕੋਲ ਆਉਂਦਾ ਹੈ? ਸਭ ਕੰਮ ਨੂੰ ਆਉਂਦੇ ਨੇ। ਜਿਵੇਂ ਮੈਂ ਇੱਕ ਦੇ ਮੂਡ 'ਚ ਬੈਠਾ ਸੀ, ਇੱਕ ਆ ਗਏ, ਮੈਂ ਜੀ ਕਿਵੇਂ ਆਏ ਜੀ? ਦਰਸ਼ਨ ਕਰਨਾ ਹੈ। ਮੈਂ ਚੌਂਕੜੀ ਮਾਰ ਕੇ ਸਿੱਧਾ ਬਹਿ ਗਿਆ। 2 ਮਿੰਟ ਬੈਠਾ ਰਿਹਾ। ਮੈਂ ਜੀ ਕਰ ਲਏ ਦਰਸ਼ਨ, ਹੁਣ ਤੁਸੀਂ ਜਾਓ। ਨਹੀਂ ਜੀ ਮੈਂ ਤਾਂ ਕੰਮ ਆਇਆ ਸੀ। ਉਂਝ ਕੌਣ ਕਿਸੇ ਕੋਲ ਆਉਂਦਾ? ਫਿਰ ਉਹ ਕਰੋਨਾ ਦੇ ਵਿੱਚ ਕੌਣ ਆਉਂਦਾ ਕਿਸੇ ਕੋਲ? ਅਗਲਾ ਬਾਪੂ ਬੇਬੇ ਨੂੰ ਮਿਲਣ ਨਹੀਂ ਜਾਂਦਾ ਅੱਜ ਕੱਲ੍ਹ ਕਰੋਨਾ 'ਚ। ਅਗਰ ਮੰਨ ਲੱਗੇ ਤਾਂ ਬਾਪੂ ਬੇਬੇ ਬੰਬੇ ਰਹਿੰਦਾ, ਕਦੇ ਨਹੀਂ ਜਾਊਗਾ ਇੱਥੇ ਪਟਿਆਲੇ ਤੋਂ ਚੱਲ ਕੇ ਮਾਂ ਬਾਪ ਨੂੰ ਮਿਲਣ। ਅਗਲਾ ਕਹਿੰਦਾ ਉਸ ਕਰੋਨਾ ਹੀ ਬੜਾ ਫੈਲਿਆ ਹੋਇਆ ਹੈ। ਮਾਂ ਬਾਪ ਨੂੰ ਨਹੀਂ ਅਗਲਾ ਮਿਲਣ ਜਾਂਦਾ। ਕੋਈ ਅੱਜ ਕੱਲ੍ਹ ਕਿਸੇ ਨੂੰ ਮਿਲਣ ਮੁਲਣ ਕੋਈ ਨਹੀਂ ਜਾਂਦਾ। ਸਭ ਆਪਣੇ ਕੰਮ ਧੰਦੇ ਨੂੰ ਜਾਂਦੇ ਹਨ।
ਹਾਂ ਪੱਕੇ ਦੋਸਤ ਹੋਣ, ਪੱਕੇ ਰਿਸ਼ਤੇਦਾਰ ਨੇ, ਉਹ ਤਾਂ ਮਿਲਣ, ਉਹ ਵੀ ਘੱਟ ਹੀ ਰਿਵਾਜ ਹੈ ਕੰਮ ਤੋਂ ਬਿਨਾਂ ਮਿਲਣ ਗਿਲਣ ਜਾਣ ਦਾ। ਕੰਮ ਹੋਵੇਗਾ ਤਾਂ ਹੀ ਬੰਦਾ ਜਾਂਦਾ, ਨਹੀਂ ਤਾਂ ਟੈਲੀਫੋਨ 'ਤੇ ਹਾਲ ਚਾਲ ਪੁੱਛ ਲੈਂਦਾ। ਸੋ ਜਿਹੜੇ ਭਗਤ ਨੇ ਉਹਨਾਂ ਨੂੰ ਤਾਂ ਪਰਮਾਤਮਾ ਦੇ ਨਾਮ ਦੀ ਭੁੱਖ ਲੱਗੀ ਰਹਿੰਦੀ ਹੈ। ਇਸ ਲਈ ਪਰਮਾਤਮਾ ਦਾ ਨਾਮ ਵੀ ਉਹਨਾਂ ਦੇ ਜੀਵਨ ਦਾ ਆਧਾਰ ਹੈ। ਸਦਾ ਆਨੰਦ ਰਹੇ ਦਿਨ ਰਾਤੀ, ਉਹ ਦਿਨ ਰਾਤ ਆਨੰਦ 'ਚ ਰਹਿੰਦੇ ਨੇ, ਕਿਉਂਕਿ ਉਹ ਆਨੰਦ, ਪਰਮਾਤਮਾ ਆਨੰਦ ਸਰੂਪ ਹੈ। ਉਹ ਆਨੰਦ ਸਰੂਪ ਦੇ ਨਾਲ ਜੁੜੇ ਰਹਿੰਦੇ ਨੇ। ਮੈਂ ਦੱਸਿਆ ਸੀ ਨਾ ਕਿ ਇੱਕ ਪਰਮਾਤਮਾ ਹੈ, ਇੱਕ ਅਸੀਂ ਹਾਂ। ਅਸੀਂ ਹੁਣ ਉਹਦੇ ਨਾਲ ਜੁੜਨਾ ਹੈ। ਜਿਵੇਂ ਲਿੰਕ ਰੋਡ ਹੁੰਦੀ ਹੈ, ਇਹੀ ਪਰਮਾਤਮਾ ਦਾ ਨਾਮ ਨਾ ਲਿੰਕ ਰੋਡ ਹੈ, ਸਾਨੂੰ ਪਰਮਾਤਮਾ ਨਾਲ ਜੋੜਦਾ ਹੈ। ਉਹਦਾ ਨਾਮ ਸਾਨੂੰ ਦਾ ਜੋੜਦਾ। ਉਹ ਆਨੰਦ ਸਰੂਪ ਹੈ। ਜਦੋਂ ਅਸੀਂ ਉਹਦੇ ਨਾਲ ਜੁੜਦੇ ਹਾਂ ਸਾਨੂੰ ਵੀ ਆਨੰਦ ਮਿਲਦਾ ਹੈ। ਇਸ ਲਈ ਭਗਤ ਜਿਹੜੇ ਸਦਾ ਆਨੰਦ ਰਹੇ ਦਿਨ ਰਾਤੀ, ਦਿਨ ਰਾਤ ਸਦਾ ਹੀ ਆਨੰਦ 'ਚ ਰਹਿੰਦੇ ਨੇ। ਅਤੇ ਉਹਨਾਂ ਦੀ ਇੱਛਾ ਕੀ ਹੁੰਦੀ ਹੈ? ਗੁਣਵੰਤਿਆਂ ਪਾਛਾਰ। ਪਾ ਫਾਰਸੀ ਦਾ ਸ਼ਬਦ ਹੈ। ਪਾ ਹੁੰਦਾ ਪੈਰ, ਛਾਰ ਮਿੱਟੀ ਨੂੰ ਕਹਿੰਦੇ ਨੇ। ਪਾਛਾਰ ਜਿਹਨੂੰ ਆਪਾਂ ਚਰਨ ਧੂੜ ਕਹਿੰਦੇ। ਉਹਨਾਂ ਦੀ ਇੱਛਾ ਹੁੰਦੀ ਹੈ ਕਿ ਜਿਹੜੇ ਗੁਣਵੰਤੇ ਹਨ, ਗੁਣਵਾਨ ਹਨ, ਉਹਨਾਂ ਦੀ ਚਰਨ ਧੂੜ ਬਣ ਕੇ ਰਹਿਣ। ਉਹਨਾਂ ਦੀ ਇਹੀ ਇੱਛਾ ਹੁੰਦੀ ਕਿ ਅਸੀਂ ਜਿਹੜੇ ਗੁਣਵਾਨ ਲੋਕ ਨੇ ਉਹਨਾਂ ਦੀ ਚਰਨ ਧੂੜ ਬਣ ਕੇ ਰਹੀਏ। ਪਾ ਫਾਰਸੀ ਦਾ ਸ਼ਬਦ ਹੈ। ਪਾ ਮੈਨੇ ਪੈਰ, ਛਾਰ ਮਿੱਟੀ ਨੂੰ ਕਹਿੰਦੇ ਨੇ। ਸੋ ਤਾਂ ਉਹਨਾਂ ਦੀ ਚਰਨ ਧੂੜ ਬਣ ਕੇ ਰਹਿੰਦੇ ਨੇ। ਕਿਹਨਾਂ ਦੀ? ਗੁਣਵੰਤਿਆਂ ਦੀ, ਗੁਣਵਾਨਾਂ ਦੀ। ਭਾਵ ਨਿਮਰਤਾ ਰੱਖਦੇ ਨੇ, ਕਿਉਂਕਿ ਪਰਮਾਤਮਾ ਮਿਲਦਾ ਹੀ ਉਹਨਾਂ ਨੂੰ ਜਿਹਨਾਂ ਦੇ ਅੰਦਰ ਨਿਮਰਤਾ ਹੁੰਦੀ ਹੈ। ਹੰਕਾਰੀ ਬੰਦੇ ਨੂੰ ਪਰਮਾਤਮਾ ਨਹੀਂ ਮਿਲਿਆ ਕਰਦਾ। ਹੰਕਾਰੀ ਬੰਦੇ ਨੂੰ ਕਦੇ ਪਰਮਾਤਮਾ ਨਹੀਂ ਮਿਲਿਆ ਕਰਦਾ। ਪਰਮਾਤਮਾ ਜੇ ਉਹਨਾਂ ਨੂੰ ਮਿਲਦਾ ਜਿਹਨਾਂ ਦੇ ਅੰਦਰ ਨਿਮਰਤਾ ਹੁੰਦੀ ਹੈ, ਜਿਹਨਾਂ ਦੇ ਅੰਦਰ ਭੋਲਾ ਭਾਵ ਹੁੰਦਾ ਹੈ, ਜਿਹਨਾਂ ਦੇ ਅੰਦਰ ਰੱਬੀ ਪਿਆਰ ਹੁੰਦਾ ਹੈ, ਉਹਨੂੰ ਪਰਮਾਤਮਾ ਮਿਲਦਾ ਹੈ। ਅੱਗੇ ਕਹਿੰਦੇ ਮਹਿਲਾ ਪਹਿਲਾ, ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੈ ਬਪੜੀ ਝੜ ਝੜ ਪਵੈ ਅੰਗਿਆਰ, ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੈ ਕਰਤਾਰ। ਮੁਸਲਮਾਨਾਂ ਦੇ ਵਿੱਚ ਇਹ ਹੈ ਕਿ ਜੇ ਤੁਸੀਂ ਮੁਰਦੇ ਨੂੰ ਸਾੜੋਗੇ ਨਾ, ਤੁਹਾਡਾ ਬੰਦਾ ਜਿਹੜਾ ਨਰਕਾਂ ਨੂੰ ਚਲਾ ਜਾਏਗਾ। ਇਸ ਲਈ ਮੁਰਦਾ ਸਾੜਦੇ ਨਹੀਂ। ਧਰਮ ਨਾਲ ਜੋੜ ਦਿੱਤਾ ਗਿਆ ਹੈ। ਵੈਸੇ ਮਜਬੂਰੀ ਹੈ। ਮੁਸਲਮਾਨ ਧਰਮ ਜਿਹੜਾ ਹੈ ਅਰਬ ਦੇਸ਼ ਤੋਂ ਚੱਲਿਆ। ਉੱਥੇ 4-4 ਸਾਲ ਮੀਂਹ ਹੀ ਨਹੀਂ ਪੈਂਦਾ। ਇਸ ਲਈ ਉੱਥੇ ਬਨਸਪਤੀ ਹੀ ਹੈ ਨਹੀਂ, ਉੱਥੇ ਦਰਖਤ ਹੀ ਹੈ ਨਹੀਂ। ਇਸ ਲਈ ਉਹਨਾਂ ਦੀ ਮਜਬੂਰੀ ਸੀ, ਉਹ ਮੁਰਦੇ ਨੂੰ ਸਾੜ ਨਹੀਂ ਸਨ ਸਕਦੇ, ਕਿਉਂਕਿ ਦਰਖਤ ਹੀ ਕੋਈ ਨਹੀਂ, ਲੱਕੜ ਹੀ ਕੋਈ ਨਹੀਂ। ਇਸ ਲਈ ਉਹ ਮੁਰਦੇ ਨੂੰ ਦਬ ਦਿਆ ਕਰਦੇ ਸਨ। ਸਮਾਂ ਪਾ ਕੇ ਇਹ ਧਰਮ ਨਾਲ ਜੁੜ ਗਿਆ। ਸਮਾਂ ਪਾ ਕੇ ਇਹ ਧਰਮ ਨਾਲ ਜੁੜ ਗਿਆ। ਸਾਡੇ ਦੇਸ਼ ਦੇ ਵਿੱਚ ਕਿਉਂਕਿ ਜੰਗਲ ਬਹੁਤ ਨੇ, ਇਸ ਲਈ ਇੱਥੇ ਲੱਕੜਾਂ ਨਾਲ ਸਾੜ ਦਿਆ ਕਰਦੇ ਸਨ। ਹੁਣ ਜਿਉਂ-ਜਿਉਂ ਲੱਕੜਾਂ ਦੀ ਕਮੀ ਹੁੰਦੀ ਜਾਂਦੀ ਹੈ, ਹੁਣ ਬਿਜਲੀ ਨਾਲ ਫੂਕਣ ਲੱਗ ਪਏ। ਹਿੰਦੂ ਸਿੱਖਾਂ 'ਚ ਕੋਈ ਵਿਚਾਰ ਨਹੀਂ ਕਿ ਹਾਂ ਜੀ ਜ਼ਰੂਰ ਲੱਕੜਾਂ ਨਾਲ ਹੀ ਫੂਕਣਾ। ਬਿਜਲੀ ਨਾਲ ਹੈ, ਬਿਜਲੀ ਨਾਲ ਫੂਕ ਦਿਓ ਜੀ। ਅੱਜ ਕੱਲ੍ਹ ਮਸ਼ੀਨਾਂ ਆ ਗਈਆਂ, ਡੈਡ ਬੋਡੀ ਵਿੱਚ ਰੱਖੀ, ਘੰਟੇ 2 ਘੰਟੇ ਸਾੜ ਕੇ ਤੇ ਕੋਲੇ ਬਣਾ ਦਿੰਦੇ। ਆਹ ਲਓ ਜੀ, ਲੈ ਜਾਓ ਆਪਣੇ ਫੁੱਲ ਲੈ ਜਾਓ। ਉਹਨਾਂ ਦੀ ਮਜਬੂਰੀ ਸੀ ਐਕਚੁਅਲੀ ਦੱਬਣਾ, ਪਰ ਉਹਨੂੰ ਧਰਮ ਨਾਲ ਜੋੜ ਦਿੱਤਾ ਗਿਆ ਅਤੇ ਕਿਹਾ ਗਿਆ ਵੀ ਜਿਹੜਾ ਮੁਸਲਮਾਨ ਮੁਰਦਾ ਸਾੜੇਗਾ, ਉਹ ਜਿਹਨੂੰ ਸਾੜ ਰਹੇ ਨਾ ਉਹ ਨਰਕਾਂ ਨੂੰ ਜਾਵੇਗਾ। ਇਸ ਲਈ ਸਾੜਦਾ ਨਹੀਂ ਹੈਗਾ। ਹੁਣ ਆਹੀ ਸ਼ਬਦ ਸੀ
ਸੱਤਵੇਂ ਪਾਤਸ਼ਾਹ ਦੇ ਸਮੇਂ ਔਰੰਗਜ਼ੇਬ ਦਾ ਰਾਜ ਹੈ। ਗੁਰੂ ਘਰ ਦੇ ਵਿਰੋਧੀਆਂ ਨੇ ਔਰੰਗਜ਼ੇਬ ਅੱਗੇ ਸ਼ਿਕਾਇਤ ਲਾਤੀ ਹੈ। ਔਰੰਗਜ਼ੇਬ ਨੇ ਸੱਤਵੇਂ ਪਾਤਸ਼ਾਹ ਨੂੰ ਸੁਨੇਹਾ ਭੇਜਿਆ ਵੀ ਤੁਸੀਂ ਦਿੱਲੀ ਆਓ। ਸੱਤਵੇਂ ਪਾਤਸ਼ਾਹ ਨੇ ਸਹੁੰ ਖਾਧੀ ਹੋਈ ਸੀ ਕਿ ਅਸੀਂ ਔਰੰਗਜ਼ੇਬ ਦੇ ਨਾ ਦਰਸ਼ਨ ਔਰੰਗਜ਼ੇਬ ਨੂੰ ਦੇਣੇ ਨੇ, ਨਾ ਇਹਦੇ ਕਰਨੇ ਨੇ। ਫਿਰ ਜਿਹੜੇ ਸਿੱਖ ਸਨ ਉਹ ਕਹਿੰਦੇ ਵੀ ਕਾਹਨੂੰ ਜਿਹੜਾ ਵਰਤਮਾਨ ਰਾਜਾ ਹੁੰਦਾ ਹੈ ਉਹਦੇ ਨਾਲ ਵਿਗਾੜਨੀ ਨਹੀਂ ਚਾਹੀਦੀ, ਤੁਸੀਂ ਆਪਣੇ ਵੱਡੇ ਪੁੱਤਰ ਨੂੰ ਭੇਜ ਦਿਓ ਰਾਮ ਰਾਏ ਨੂੰ। ਚਲੋ ਗੁਰੂ ਮਹਾਰਾਜ ਨੇ ਉਹਨਾਂ ਦੀ ਮੰਨ ਲਈ ਸਿੱਖਾਂ ਦੀ। ਰਾਮ ਰਾਏ ਨੂੰ ਕਹਿੰਦੇ ਅਸੀਂ ਤੈਨੂੰ ਨਾ ਸਾਰੀਆਂ ਸ਼ਕਤੀਆਂ ਦਿੱਤੀਆਂ, ਤੂੰ ਡਰਨਾ ਨਹੀਂ ਹੈਗਾ, ਤੂੰ ਔਰੰਗਜ਼ੇਬ ਤੋਂ ਡਰ ਕੇ ਕੋਈ ਗੱਲ ਨਹੀਂ ਕਰਨੀ, ਜੋ ਪੁੱਛੇ ਉਹ ਸੱਚੋ ਸੱਚ ਦੱਸਣੀ, ਅਸੀਂ ਤੇਰੇ ਨਾਲ ਹੋਵਾਂਗੇ। 7 ਬਚਨ ਜੀ ਨਾਲ ਸਿੱਖ ਤੌਰ 'ਤੇ ਨੇ ਕੁਝ ਰਾਮ ਰਾਏ ਚਲੇ ਗਏ ਨੇ। ਰਾਮ ਰਾਏ ਨੂੰ ਕਿਉਂਕਿ ਰਿੱਧੀਆਂ ਸਿੱਧੀਆਂ ਦਿੱਤੀਆਂ ਹੋਈਆਂ ਸਨ, ਰਾਮ ਰਾਏ ਨੇ 72 ਜਿਹੜੇ ਸੀ ਕਰਾਮਾਤਾਂ ਵਿਖਾਈਆਂ ਔਰੰਗਜ਼ੇਬ ਨੂੰ। 72 ਕਰਾਮਾਤਾਂ ਵਿਖਾਈਆਂ। ਔਰੰਗਜ਼ੇਬ ਬੜਾ ਪ੍ਰਭਾਵਿਤ ਹੋ ਗਿਆ, ਬੜਾ ਸਤਿਕਾਰ ਕਰਦਾ ਰਾਮ ਰਾਏ ਦਾ। ਉਹ ਜਿਹੜੇ ਵਿਰੋਧੀ ਸਨ ਉਹ ਤਾਂ ਸਗੋਂ ਖਿਝ ਗਏ, ਵੀ ਇਸ ਦਾ ਸੋਚਿਆ ਸੀ ਕੋਈ ਸਜ਼ਾ ਦੇਊਗਾ, ਇਹ ਤਾਂ ਔਰੰਗਜ਼ੇਬ ਤੇ ਇੱਥੇ ਖੁਸ਼ ਹੀ ਬੜਾ, ਇਹ ਤਾਂ ਬਰਾਬਰ ਕੁਰਸੀ 'ਤੇ ਇਸ ਨੂੰ ਬਿਠਾਉਂਦਾ ਹੈ। ਇੱਕ ਮੁੱਲਾ ਨੇ ਵਿੱਚ ਕਹਿਤਾ ਕਿਸੇ ਦਿਨ ਵੀ ਜਿਹੜਾ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਪੰਚਮ ਪਾਤਸ਼ਾਹ ਨੇ ਤਿਆਰ ਕੀਤਾ ਹੈ ਉਹ 'ਚ ਲਿਖਿਆ ਹੋਇਆ ਹੈ, ਉਹ 'ਚ ਲਿਖਿਆ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਦੇਖੋ ਜੀ ਮੁਸਲਮਾਨ ਦੀ ਮਿੱਟੀ ਨੂੰ ਅੱਗ 'ਚ ਸਾੜਿਆ ਜਾ ਰਿਹਾ ਹੈ, ਐਂ ਲਿਖਿਆ। ਉਹ ਰਾਮ ਰਾਏ ਨੂੰ ਪੁੱਛਦੇ ਕਿਉਂ ਵੀ ਇਸ ਤਰ੍ਹਾਂ ਲਿਖਿਆ। ਰਾਮ ਰਾਏ ਨੇ ਸੋਚਿਆ ਜਿਵੇਂ ਕਹਿੰਦੇ ਇਸੇ ਤਰ੍ਹਾਂ ਲਿਖਿਆ ਨਾਰਾਜ਼ ਹੋ ਜਾਣਗੇ ਵੀ ਵਾਹ ਵਾਹ ਬਣੀ ਹੋਈ ਹੈ। ਉਹਨਾਂ ਨੇ ਕਹਿਤਾ ਨਹੀਂ ਜੀ, ਵੀ ਗੁਰੂ ਨਾਨਕ ਦੇਵ ਨੇ ਕਿਹਾ ਸੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਉੱਥੇ ਲਿਖਿਆ ਉਹਨਾਂ ਨੇ ਕਿਹਾ ਸੀ ਮਿੱਟੀ ਬੇਈਮਾਨ ਕੀ। ਇਹ ਤਾਂ ਕਿਸੇ ਨੇ ਬਾਅਦ 'ਚ ਲਿਖਤਾ ਮੁਸਲਮਾਨ ਕੀ। ਚਲੋ ਉਹਨਾਂ ਨੇ ਮੰਨ ਲਿਆ। ਜਿਹੜੇ ਨਾਲ ਸਿੱਖ ਭੇਜੇ ਸਨ ਉਹਨਾਂ ਸੱਤਵੇਂ ਪਾਤਸ਼ਾਹ ਨੂੰ ਆ ਕੇ ਸੁਨੇਹਾ ਦਿੱਤਾ ਕਿ ਤੁਹਾਡੇ ਪੁੱਤਰ ਨੇ ਇੱਕ ਸ਼ਬਦ ਬਦਲ ਦਿੱਤਾ, ਗੁਰਬਾਣੀ ਦਾ ਸ਼ਬਦ ਬਦਲਤਾ, ਮੁਸਲਮਾਨ ਦੀ ਥਾਂ 'ਤੇ ਬੇਈਮਾਨ ਕਹਿਤਾ ਹੈ। ਸੱਤਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਤੋਂ ਸੁਨੇਹਾ ਭੇਜਤਾ ਕਿ ਤੂੰ ਸਾਡੇ ਮੱਥੇ ਨਹੀਂ ਲੱਗਣਾ, ਅੱਜ ਤੋਂ ਤੂੰ ਸਾਡਾ ਕੋਈ ਪੁੱਤਰ ਨਹੀਂ ਹੈ। ਬੜੇ ਰਾਮ ਰਾਏ ਨੇ ਤਰਲੇ ਕੱਢੇ ਪਰ ਗੁਰੂ ਮਹਾਰਾਜ ਨੂੰ ਉਹਨੂੰ ਮੱਥੇ ਨਹੀਂ ਲਾਇਆ। ਕਹਿੰਦਾ ਜਿਹਨੂੰ ਤੂੰ ਖੁਸ਼ ਕਰਨ ਗਿਆ ਨਾ ਜਾ ਉਹਦੇ ਕੋਲ ਜਾ। ਜਦੋਂ ਅਸੀਂ ਤੈਨੂੰ ਕਹਿ ਕੇ ਭੇਜਿਆ ਸੀ ਕਿ ਅਸੀਂ ਤੈਨੂੰ ਸਾਰੀਆਂ ਸ਼ਕਤੀਆਂ ਦੇ ਰਹੇ ਹਾਂ, ਤੂੰ ਡਰ ਕੇ ਕੋਈ ਗੱਲ ਨਹੀਂ ਕਰਨੀ, ਤੂੰ ਕਦੇ ਡਰ ਗਿਆ ਉਸ ਤੋਂ ਹੈ? ਤੇਰੀ ਕੀ ਤਾਕਤ ਹੈ ਕਿ ਤੂੰ ਗੁਰੂ ਨਾਨਕ ਦੀ ਬਾਣੀ ਨੂੰ ਬਦਲ ਦੇ? ਕਈਆਂ ਨੇ ਕਿਹਾ ਚਲੋ ਮਾਫ਼ ਕਰ ਦਿਓ ਜੀ ਗਲਤੀ, ਕਹਿ ਨੋ, ਮਾਫ਼ੀ ਨਹੀਂ ਮਿਲ ਸਕਦੀ। ਅੱਜ ਇਹਨੇ ਇੱਕ ਸ਼ਬਦ ਬਦਲਿਆ, ਕੱਲ੍ਹ ਨੂੰ ਕੋਈ ਪੂਰੀ ਲਾਈਨ ਬਦਲ ਦੇਗਾ, ਮਗਰ ਮਾਫ਼ੀ ਮੰਗ ਲੇਗਾ ਗਲਤੀ ਹੋ ਗਈ ਜੀ। ਨਹੀਂ, ਇਹ ਰੱਬੀ ਬਾਣੀ ਹੈ, ਇਹਦਾ ਇੱਕ ਵੀ ਸ਼ਬਦ ਕੋਈ ਨਹੀਂ ਬਦਲ ਸਕਦਾ। ਇਹੀ ਕਾਰਨ ਹੈ ਕਿ ਮਗਰੋਂ ਕਿਸੇ ਦੀ ਜ਼ਰੂਰਤ ਹੀ ਨਹੀਂ ਪਈ ਅੱਜ ਤੱਕ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਇੱਕ ਸ਼ਬਦ ਵੀ ਬਦਲ ਦੇਵੇ, ਲਾਈਨ ਤਾਂ ਕਿਤੇ ਰਹੀ। ਹੁਣ ਇੰਨੀ ਸਖਤ ਹਦਾਇਤ ਸੀ। ਇਹ ਸ਼ਬਦ ਹੈ ਉਹ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਸਮਾਂ ਪਾ ਕੇ ਕਬਰਾਂ ਕੁਬਰਾਂ ਕਈ ਵਾਰ ਮਿਟ ਜਾਂਦੀਆਂ ਨੇ। ਕਿਸੇ ਕਬਰ ਦੀ ਮਿੱਟੀ ਘੁਮਿਆਰ ਪੁੱਟ ਕੇ ਲਿਆਇਆ, ਉਹਨੂੰ ਗੋਈ ਹੈ ਗਿੱਲੀ ਕਰਕੇ ਨਾ ਗੋਂਦੇ ਨੇ ਵੀ ਉਸ ਤੋਂ ਫਿਰ ਭਾਂਡੇ 'ਚ ਬਣਾਉਣੇ ਨੇ। ਕਦੇ ਨੂੰ ਵੇਖਿਆ ਕਿ ਜੋ ਬੀਬੀਆਂ ਆਟਾ ਗੁੰਨਦੀਆਂ ਨਾ, ਜੇ ਘੱਟ ਗੁੰਨਿਆ ਨਾ ਰੋਟੀ ਨਹੀਂ ਚੱਜਦੀ ਬਣਦੀ। ਪੁਰਾਤਨ ਜ਼ਮਾਨੇ ਕਿਹਾ ਕਰਦੇ ਸੀ ਆਟਾ ਇੰਨਾ ਗੁੱਝਾ ਹੋਣਾ ਚਾਹੀਦਾ ਕਿ ਜੇ ਕਾਂ ਆ ਕੇ ਠੁੰਗ ਮਾਰੇ ਨਾ ਉਹਦੇ ਵਿੱਚ ਅਤੇ ਉਹਦੀ ਚੁੰਝ ਵਿੱਚ ਹੀ ਫਸ ਜਾਏ, ਵਿੱਚੋਂ ਨਿਕਲੇ ਨਾ, ਸਮਝੋ ਹੁਣ ਆਟਾ ਗੁੱਝਾ ਪੂਰਾ, ਫਿਰ ਅਸਰ ਬਣਦੀ ਰੋਟੀ। ਕਾਲੀ ਨਾਲ ਗੁੰਨਿਆ ਹੋਇਆ ਆਟਾ ਉਹਦੀ ਰੋਟੀ ਸਵਾਦ ਨਹੀਂ ਬਣਦੀ। ਜਿੰਨਾ ਚੱਜ ਨਾਲ ਗੁੰਨਿਆ ਹੋਇਆ ਹੋਵੇਗਾ ਓਨੀ ਹੀ ਰੋਟੀ ਵਧੀਆ ਬਣੇਗੀ। ਨਾਲੇ ਕੁਝ ਸਮਾਂ ਆਟਾ ਗੁੰਨ ਕੇ ਰੱਖਣਾ ਚਾਹੀਦਾ, ਤੁਰੰਤ ਨਹੀਂ ਰੋਟੀਆਂ ਪਕਾਉਣੀ ਸ਼ੁਰੂ ਕਰੇ ਤਾਂ ਵੀ ਨਹੀਂ ਵਧੀਆ ਬਣਦੀ।
ਆਟਾ ਗੁੰਨ ਕੇ ਗਿੱਲੇ ਕੱਪੜੇ ਨਾਲ ਢੱਕ ਕੇ ਕੁਝ ਸਮੇਂ ਲਈ ਰੱਖ ਦੇਣਾ ਚਾਹੀਦਾ। ਕੁਝ ਸਮੇਂ ਤੋਂ ਬਾਅਦ ਫਿਰ ਉਹਦੀਆਂ ਰੋਟੀਆਂ ਪਕਾਉਣੀਆਂ ਚਾਹੀਦੀਆਂ ਹਨ। ਸੋ ਉਹ ਮਿੱਟੀ ਗੋਲ ਹੀ ਪੇੜਾ ਪਈ ਘੁਮਿਆਰ। ਘੁਮਿਆਰ ਲੈ ਮਿੱਟੀ ਕਿਸੇ ਮੁਸਲਮਾਨ ਮੁਰਦੇ ਦੀ, ਉਹਨੂੰ ਆ ਕੇ ਪਾਣੀ ਨਾਲ ਗੋਲਿਆ ਹੈ। ਘੜ ਭਾਂਡੇ ਇੱਟਾਂ ਕੀਆਂ, ਭਾਂਡੇ ਬਣਾ ਲਏ, ਉਸ ਤੋਂ ਇੱਟਾਂ ਬਣਾ ਲਈਆਂ। ਹੁਣ ਪਕਾਉਣੇ ਵੀ ਤਾਂ ਹਨ, ਭਾਂਡੇ ਬਣਾ ਲਏ, ਉਹ ਤਾਂ ਕੱਚੇ ਨੇ, ਜੇ ਇੱਟਾਂ ਬਣਾ ਲਈ ਉਹ ਵੀ ਕੱਚੀਆਂ ਨੇ। ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ। ਫਿਰ ਉਹ ਮਿੱਟੀ ਜਿਹੜਾ ਹੈ ਸੜ ਰਹੀ ਹੈ, ਕਿਉਂ? ਅੱਗ 'ਤੇ ਭਾਂਡੇ ਰੱਖਦੇ, ਅੱਗ 'ਤੇ ਭਾਂਡੇ ਰੱਖਦੇ। ਉਹ ਮੁਸਲਮਾਨ ਦੀ ਮਿੱਟੀ ਦੇ, ਸਰੀਰ ਦੀ ਮਿੱਟੀ ਦੇ ਬਣੇ ਹੋਏ ਭਾਂਡੇ ਇੱਟਾਂ, ਕਹਿੰਦੇ ਹੁਣ ਪੁਕਾਰ ਕਰੇ, ਸੜ ਰਹੇ ਤੇ ਪੁਕਾਰ ਕਰਨ। ਜਲ ਜਲ ਰੋਵੇ ਬਪੜੀ, ਵਿਚਾਰੀ ਰੋ ਰਹੀ ਹੈ ਕਿ ਸੜ ਰਹੇ ਨਾ, ਮਿੱਟੀ ਸੜ ਰਹੀ ਹੈ, ਨਾਲੇ ਵਿਚਾਰੀ ਰੋ ਰਹੀ ਹੈ। ਝੜ ਝੜ ਪਵੇਂ ਅੰਗਿਆਰ, ਅਤੇ ਉਹਦੇ ਉੱਤੇ ਜਿਹੜੇ ਲੱਕੜਾਂ ਰੱਖੀਆਂ ਹੋਈਆਂ ਸਨ, ਲੱਕੜਾਂ ਵਿੱਚੋਂ ਜਿਹੜੇ ਚੰਗਿਆੜੀਆਂ ਨਿਕਲਦੀਆਂ ਸਨ, ਉਹ ਝੜ ਝੜ ਕੇ ਉਹਦੇ ਮਿੱਟੀ ਦੇ ਉੱਤੇ ਪੈ ਰਹੀਆਂ ਹਨ। ਨਾਨਕ ਜਿਨ ਕਰਤੈ ਕਾਰਨ ਕੀਆ, ਸੋ ਜਾਣੈ ਕਰਤਾਰ। ਕਾਰਨ ਹੁੰਦੀ ਸ੍ਰਿਸ਼ਟੀ। ਜਿਸ ਕਰਤੇ ਨੇ, ਜਿਸ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੈ ਨਾ, ਅਸਲ 'ਚ ਉਹੀ ਜਾਣਦਾ ਹੈ ਕਿ ਕੀ ਠੀਕ ਹੈ ਅਤੇ ਕੀ ਗਲਤ ਹੈ। ਕੀ ਮਿੱਟੀ ਮੁਸਲਮਾਨ ਦੀ ਨੂੰ ਕੋਈ ਤਕਲੀਫ ਹੋ ਰਹੀ ਹੈ? ਕੀ ਸਾੜਿਆਂ ਕੋਈ ਵਾਕਈ ਉਹ ਜਿਹੜਾ ਮੁਰਦਾ ਨਰਕਾਂ ਨੂੰ ਜਾ ਰਿਹਾ ਹੈ? ਸਿੱਖ ਧਰਮ ਅਨੁਸਾਰ ਮਗਰ ਸਰੀਰ ਦਾ ਮਗਰ ਜੋ ਮਰਜ਼ੀ ਪੈ ਕਰੋ, ਉਹ ਜਿਹੜੀ ਜੀਵ ਆਤਮਾ ਵਿੱਚੋਂ ਨਿਕਲੇ ਉਸ 'ਤੇ ਕੋਈ ਅਸਰ ਨਹੀਂ ਉਸਦਾ ਹੁੰਦਾ। ਇਸ ਲਈ ਭਾਵੇਂ ਤੁਸੀਂ ਮੁਰਦੇ ਨੂੰ ਪਾਣੀ 'ਚ ਰੋੜ ਦਿਓ ਤਾਂ ਵੀ ਠੀਕ ਹੈ, ਕਿਸੇ ਨੂੰ ਧਰਤੀ ਦੱਬਣਾ ਧਰਤੀ ਦੱਬ ਦਿਓ, ਸਾੜਨਾ ਸਾੜ ਦਿਓ। ਸੋ ਕਈ ਜਿਹੜੇ ਪਾਰਸੀ ਲੋਕ ਨੇ, ਇਹਨਾਂ ਬਹੁਤ ਉੱਚਾ ਇੱਕ ਬਣਾਇਆ ਹੁੰਦਾ ਹੈ ਥੜਾ ਜਿਹਾ, ਬਹੁਤ ਉਚਾਈ 'ਤੇ ਮੁਰਦੇ ਨੂੰ ਉਹਦੇ ਉੱਤੇ ਰੱਖ ਦਿੰਦੇ ਨੇ। ਫਿਰ ਜਾਨਵਰ ਜਿਹੜੇ ਆਉਂਦੇ ਨੇ ਉਹ ਮੁਰਦੇ ਨੂੰ ਖਾ ਜਾਂਦੇ ਨੇ। ਉਹਨਾਂ ਦਾ ਇਹ ਸਿਸਟਮ ਹੈ। ਸੋ ਗੱਲ ਇਹ ਨਹੀਂ ਕਿ ਕੀ ਹੁੰਦਾ ਹੈ, ਕਹਿੰਦੇ ਇਹ ਅਸਲੀਅਤ ਤੇ ਪਰਮਾਤਮਾ ਜਾਣਦਾ ਵੀ ਕੀ ਹੁੰਦਾ ਹੈ, ਪਰ ਧਰਮ ਵਾਲਿਆਂ ਦੇ ਆਪਣੇ ਆਪਣੇ ਵਿਚਾਰ ਹਨ। ਸਿੱਖ ਧਰਮ ਇਹ ਕਹਿੰਦਾ ਕਿ ਮੁਰਦੇ ਨੂੰ ਚਾਹੇ ਸਾੜੋ ਅਤੇ ਚਾਹੇ ਦੱਬੋ ਅਤੇ ਚਾਹੇ ਹਵਾ ਜਿਹੜਾ ਹੈ ਪਾਣੀ 'ਚ ਰੋੜ ਦਿਓ, ਉਹ ਜੀਵ ਆਤਮਾ 'ਤੇ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹ ਤਾਂ ਪਹਿਲਾਂ ਜਾ ਚੁੱਕੀ ਹੈ। ਜਿੰਨੇ ਚਿਰ ਨੂੰ ਅਸੀਂ ਸਾੜਦੇ ਨਾ ਮੁਰਦਾ, ਉਨੇ ਚਿਰ ਤਾਂ ਉਹਦਾ ਹਿਸਾਬ ਕਿਤਾਬ ਉੱਥੇ ਹੋ ਲਿਆ ਹੁੰਦਾ, ਉੱਥੇ ਦਾ ਹਿਸਾਬ ਕਿਤਾਬ ਹੋ ਰਿਹਾ ਹੁੰਦਾ ਹੈ। ਜਿਵੇਂ ਸਾਡੇ ਪਿੰਡ ਦਾ ਇੱਕ ਜੰਗੀਰ ਸਿੰਘ ਸੀ ਪਾਕਿਸਤਾਨ 'ਚ। ਲਓ ਜੀ, ਕੋਈ ਜ਼ਮਾਨਾ ਸੀ ਮੁੰਡਿਆਂ ਦੇ ਵਿਆਹ ਵੀ ਕੋਈ ਨਹੀਂ ਸਨ ਹੁੰਦੇ। ਉਹ ਗਰੀਬ ਸੀ ਥੋੜ੍ਹਾ ਜਿਹਾ। ਉਹ ਮੁੰਡੇ ਵਾਲਾ ਕਹਿੰਦਾ ਭਾਈ ਤੁਸੀਂ 500 ਰੁਪਈਆ ਮੈਨੂੰ ਦੇ ਦਿਓ, ਮੈਂ ਆਪਣੀ ਕੁੜੀ ਦਾ ਵਿਆਹ ਤੁਹਾਡੇ ਨਾਲ ਕਰ ਦਾਂਗਾ। ਉਹਨੇ 500 ਰੁਪਈਆ ਦੇ ਦਿੱਤਾ, ਉਹਨੇ ਵਿਆਹ ਕਰਤਾ। ਸਮਾਂ ਪਾ ਕੇ ਉਹ ਮਰ ਗਿਆ ਜੰਗੀਰ ਸਿੰਘ। ਇੱਕ ਹੋਰ ਬੰਦਾ ਉਸੇ ਹੀ ਪਿੰਡ ਦਾ, ਉਹ ਵੀ ਮਰ ਗਿਆ। ਉਹ ਮਰ ਗਿਆ, ਪਹਿਲਾਂ ਜੰਗੀਰ ਸਿੰਘ ਦੀ ਵਾਰੀ ਆ ਗਈ। ਉਹਨੂੰ ਤੇ ਪੁੱਠਾ ਟੰਗ ਲਿਆ। ਪੁੱਠਾ ਟੰਗ ਕੇ ਕੁੱਟਦੇ ਨੇ ਉਸਨੂੰ, ਕਹਿੰਦੇ ਅੱਛਾ ਤੂੰ ਆਪਣੀ ਲੜਕੀ ਵੇਚੀ 500 ਰੁਪਏ 'ਚ, ਹੈਂ? ਤੂੰ ਤਾਂ ਕੰਨਿਆ ਦਾਨ ਕਰਨਾ ਸੀ, ਤੂੰ ਆਪਣੀ ਲੜਕੀ 500 ਰੁਪਏ 'ਚ ਵੇਚਤੀ ਹੈ। ਉਹਨੂੰ ਕੁੱਟ ਪੈ ਰਹੀ ਸੀ ਉੱਥੇ। ਇੰਨੇ 'ਚ ਜਦੋਂ ਉਹਦੀ ਵਾਰੀ ਆਈ, ਉਹ ਕਹਿੰਦੇ ਓਏ ਇਹਦੀ ਨਹੀਂ ਅਜੇ ਵਾਰੀ ਆਈ, ਇਹ ਤਾਂ ਜੀ ਕਈ ਸਾਲ ਜਿਵੇਂਗਾ, ਜੋ ਇਹਨੂੰ ਛੱਡ ਕੇ ਆਓ। ਉਹ ਦੂਜਾ ਬੰਦਾ ਜਿਉਂਦਾ ਹੋ ਗਿਆ। ਉਹ ਕੁਝ ਦਿਨਾਂ ਬਾਅਦ ਹੁਣ ਜੰਗੀਰ ਸਿੰਘ ਦੇ ਘਰ ਗਿਆ। ਉਹਨਾਂ ਦੇ ਮੁੰਡਿਆਂ ਨੂੰ ਪੁੱਛਦੇ ਵੀ ਸੱਚੋ ਸੱਚ ਦੱਸੋ ਵੀ ਕੀ ਤੁਹਾਡੇ ਬਾਪ ਨੇ ਤੁਹਾਡੀ ਭੈਣ ਦਾ ਵਿਆਹ ਕਰਨ ਲਈ 500 ਰੁਪਈਆ ਮੁੰਡੇ ਵਾਲੇ ਤੋਂ ਲਿਆ ਸੀ? ਉਹ ਕਹਿੰਦੇ ਹਾਂ ਲਿਆ ਸੀ। ਕਹਿੰਦੇ ਭਾਈ ਮੈਂ ਦੇਖੋ ਨੂੰ ਉੱਥੇ ਕੁੱਟ ਪੈ ਰਹੀ ਸੀ।
ਉਹਨੂੰ ਤੇ ਕੁੱਟ ਰਹੇ ਸਨ ਕਿ ਤੂੰ ਆਪਣੀ ਲੜਕੀ ਵੇਚੀ ਹੈ, ਤੂੰ 500 ਰੁਪਈਆ ਆਪਣੀ ਲੜਕੀ ਦਾ ਲਿਆ ਵਿਆਹ ਲਈ। ਹਾਂਜੀ, ਇਸ ਲਈ ਇਹ ਬੜੇ ਹਿਸਾਬ ਕਿਤਾਬ ਹੁੰਦੇ ਨੇ। ਬਾਕੀ ਠੀਕ ਹੈ, ਜੋ ਮਰਜ਼ੀ ਲਈ ਦੇਈ ਜਾਓ। ਹਾਂਜੀ, ਅਤੇ ਜਿਹੜੀ ਘਟਨਾ ਜਿਹੜੀਆਂ ਉਹ ਸੁਣਾਉਣੀਆਂ ਹੁੰਦੀਆਂ ਤਾਂ ਜੋ ਸਾਨੂੰ ਕੋਈ ਨਾ ਕੋਈ ਸਿੱਖਿਆ ਮਿਲ ਜਾਏ। ਕਿਉਂਕਿ ਜਿਹੜੇ ਵਾਪਸ ਮੁੜ ਆਉਂਦੇ ਨੇ ਉਹ ਫਿਰ ਕੁਝ ਨਾ ਕੁਝ ਸੁਣਾਉਂਦੇ ਰਹਿੰਦੇ ਨੇ। ਹਾਂਜੀ, ਜਿਵੇਂ ਇੱਕ ਬੰਦੇ ਨੇ ਸੁਣਾਈ, ਮੈਂ ਉਹਨਾਂ ਦੇ ਪਿੰਡ ਹੀ ਗਿਆ ਸੀ ਕਥਾ ਵਾਰਤਾ ਕਰਨ। ਉਹਨਾਂ ਨੇ ਮੈਨੂੰ ਆਪਣੇ ਰਿਸ਼ਤੇਦਾਰਾਂ ਦੀ ਗੱਲ ਸੁਣਾਈ ਕਿ ਸਾਡਾ ਇੱਕ ਰਿਸ਼ਤੇਦਾਰ ਜਲੰਧਰ ਰਹਿੰਦਾ ਸੀ, ਉਹ ਮਰ ਗਿਆ। ਉਹ ਭਜਨ ਬੰਦਗੀ ਕਰਨ ਵਾਲਾ ਬਹੁਤ ਸੀ। ਜਦੋਂ ਜਮਦੂਤਾਂ ਨੂੰ ਪਤਾ ਲੱਗਿਆ ਵੀ ਉਹ ਇਹ ਭਜਨ ਬੰਦਗੀ ਕਰਨ ਵਾਲਾ ਹੈ, ਇਸ ਲਈ ਜਮਦੂਤ ਉਸ ਨੂੰ ਲਈ ਜਾ ਰਹੇ ਨੇ। ਕੋਈ ਕੁੱਟਮਾਰ ਨਹੀਂ ਰਹੇ, ਲਈ ਗਏ, ਧਰਮਰਾਜ ਦੇ ਲੈ ਗਏ। ਧਰਮਰਾਜ ਰਜਿਸਟਰ ਵੇਖਿਆ, ਉਹ ਜਮਦੂਤਾਂ ਨੂੰ ਕਹਿੰਦਾ, ਉਹ ਇਹਨੂੰ ਕੁਛ ਕਿਹਾ ਤਾਂ ਨਹੀਂ? ਕਹਿੰਦੇ ਨਹੀਂ ਜੀ, ਅਸੀਂ ਕੁਛ ਨਹੀਂ ਕਿਹਾ। ਕਹਿੰਦੇ ਇਹ ਤਾਂ ਬਹੁਤ ਭਜਨ ਬੰਦਗੀ ਕਰਨ ਵਾਲਾ ਬੰਦਾ ਹੈ, ਇਹਦੀ ਤਾਂ ਜੀ ਉਮਰ ਕਾਫੀ ਰਹਿੰਦੀ ਹੈ, ਗਲਤੀ ਲੱਗ ਗਈ ਹੈ, ਜੋ ਇਹਨੂੰ ਵਾਪਸ ਛੱਡ ਕੇ ਆਓ। ਪਿਆਰ ਸਾਹ ਛੱਡ ਕੇ ਆਉਣੇ ਤਾਂ ਜੋ ਕਿਤੇ ਫੂਕ ਨਾ ਦੇਣ। ਉਹ ਜੋ ਬੰਦਾ ਜਿਉਂਦਾ ਹੋਇਆ ਫਿਰ ਉਹ ਸੁਣਾਉਂਦਾ, ਕਹਿੰਦੇ ਮੈਨੂੰ ਕਹਿੰਦੇ ਵੀ ਤੂੰ ਸਰੀਰ 'ਚ ਵੜ ਜਾ। ਮੈਂ ਕਿਹਾ ਮੈਂ ਨਹੀਂ ਵੜਦਾ। ਤੁਸੀਂ ਮੈਨੂੰ ਕੱਢਿਆ ਕਿਉਂ ਹੈ? ਉਹ ਜੋ ਮੈਨੂੰ ਫੜਨ ਲੱਗਣ, ਮੈਂ ਕਹਿੰਦੇ ਵਾਹਿਗੁਰੂ, ਉਹ ਪਿੱਛੇ ਹਟ ਜਾ ਕਰਨ। ਫਿਰ ਉਹ ਮੈਨੂੰ ਕਹਿਣ ਜਿਵੇਂ ਵੀ ਤੂੰ ਆਪਣੇ ਡੈਡ ਬੋਡੀ ਜਿਹੜੀ ਸੀ ਵੀ ਤੂੰ ਆਪਣੇ ਸਰੀਰ 'ਚ ਵੜ ਜਾ। ਕਹਿੰਦਾ ਮੈਂ ਕਿਹਾ ਮੈਂ ਨਹੀਂ ਵੜਦਾ, ਤੁਸੀਂ ਮੈਨੂੰ ਕੱਢਿਆ ਕਿਉਂ? 10 ਮਿੰਟ ਕਹਿੰਦੇ ਆਹੀ ਤਮਾਸ਼ਾ ਹੁੰਦਾ ਰਿਹਾ। ਅਖੀਰ 'ਤੇ ਉਹ ਹੱਥ ਜੋੜ ਕੇ ਖੜ੍ਹ ਗਏ, ਕਹਿੰਦੇ ਭਰਾਵਾ ਤੂੰ ਆਪਣੇ ਸਰੀਰ 'ਚ ਵੜ ਜਾ, ਅਸੀਂ ਫਲਾਣੇ ਲੈ ਕੇ ਜਾਣਾ, ਟਾਈਮ ਹੋ ਰਿਹਾ। ਕਹਿੰਦਾ ਫਿਰ ਉਹ ਆਪਣੇ ਸਰੀਰ 'ਚ ਵੜ ਗਿਆ ਅਤੇ ਜਿਉਂਦਾ ਹੋ ਗਿਆ। ਇਹ ਹੈ ਨਾਮ ਜਪਣ ਵਾਲੇ ਤੋਂ ਜਮਦੂਤ ਵੀ ਡਰਦੇ ਨੇ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਭੱਗ ਜਾਈ। ਜਮਦੂਤ ਵੀ ਭੱਜ ਜਾਂਦੇ ਨੇ ਵੀ ਤਾਂ ਨਾਮ ਜਪਣ ਵਾਲਾ ਬੰਦਾ ਹੈ। ਇਸ ਲਈ ਬਾਣੀ ਪੜ੍ਹਿਆ ਕਰੋ, ਨਾਮ ਜਪਿਆ ਕਰੋ, ਸ਼ੁਭ ਕਰਮ ਕਰੋ। ਸੋ ਸ਼ੁਭ ਕਰਮ ਜ਼ਰੂਰੀ ਨੇ। ਭਜਨ ਬੰਦਗੀ ਦੂਜੇ ਨੰਬਰ 'ਤੇ ਹੈ, ਪਹਿਲੇ ਨੰਬਰ 'ਤੇ ਸ਼ੁਭ ਕਰਮ। ਜੇ ਕਰਮ ਹੀ ਠੀਕ ਨਹੀਂ ਤਾਂ ਭਜਨ ਬੰਦਗੀ ਨੂੰ ਫਲ ਨਹੀਂ ਲੱਗਦਾ। ਭਜਨ ਬੰਦਗੀ ਨੂੰ ਫਲ ਨਹੀਂ ਲੱਗਦਾ ਅਗਰ ਸਾਡੇ ਕਰਮ ਹੀ ਠੀਕ ਨਹੀਂ। ਗੁਰੂ ਨਾਨਕ ਦੇਵ ਜੀ ਜਿਹਦੇ ਕੋਲ ਗਏ, ਸਾਡੇ ਗੁਰੂ ਜਿਹਦੇ ਕੋਲ ਗਏ, ਜਾਂ ਜਿਹੜਾ ਵੀ ਸਾਡੇ ਗੁਰੂਆਂ ਕੋਲ ਆਇਆ, ਉਹ ਜਾਣੀ ਜਾਣ ਸਨ। ਗੁਰੂਆਂ ਨੇ ਪਹਿਲਾਂ ਉਸ ਤੋਂ ਬੁਰਾਈ ਛੁਡਾਈ। ਜਦੋਂ ਉਸਨੇ ਬੁਰਾਈ ਛੱਡ ਦਿੱਤੀ ਫਿਰ ਉਸਨੂੰ ਨਾਮ ਦੀ ਦਾਤ ਦਿੱਤੀ। 2-3 ਦੇ ਨਾਮ ਆਪ ਜੀ ਬੜੀ ਅੱਛੀ ਤਰ੍ਹਾਂ ਜਾਣਦੇ ਹੋ। ਕੌਡਾ ਰਾਖਸ਼ ਹੈ, ਠੀਕ ਹੈ, ਬੰਦੇ ਮਾਰ ਮਾਰ ਕੇ ਖਾਂਦਾ। ਗੁਰੂ ਮਹਾਰਾਜ ਨੇ ਉਹਨੂੰ ਸੁਧਾਰਿਆ ਹੈ। ਉਹਨੇ ਅੱਗੇ ਤੋਂ ਸਹੁੰ ਪਾ ਲਈ ਵੀ ਅੱਗੇ ਤੋਂ ਮੈਂ ਬੰਦੇ ਨਹੀਂ ਮਾਰਾਂਗਾ। ਗੁਰੂ ਮਹਾਰਾਜ ਨਾਮ ਦੀ ਦਾਤ ਦਿੱਤੀ ਅਤੇ ਮੱਧ ਪ੍ਰਦੇਸ਼ ਦਾ ਉਹਨੂੰ ਜਿਹੜਾ ਹੈ ਪ੍ਰਚਾਰਕ ਲਾਤਾ। ਇਸ ਤਰ੍ਹਾਂ ਸੱਜਣ ਠੱਗ ਸੀ। ਗੁਰੂ ਮਹਾਰਾਜ ਨੇ ਉਸ ਤੋਂ ਪਹਿਲਾਂ ਠੱਗੀਆਂ ਛੁਡਾਈਆਂ, ਫਿਰ ਉਹਨੂੰ ਨਾਮ ਦੀ ਦਾਤ ਦਿੱਤੀ। ਫਿਰ ਉਸ ਨਾਮ ਦੀ ਦਾਤ ਦਿੱਤੀ। ਪਹਿਲਾਂ ਬੁਰਾਈ ਛੁਡਾਈ ਹੈ, ਨਾਮ ਬਾਅਦ 'ਚ ਦਿੱਤਾ ਹੈ। ਹੁਣ ਦੀ ਤਰ੍ਹਾਂ ਨਹੀਂ, ਆ ਜਾਓ ਅੰਮ੍ਰਿਤ ਛਕ ਲਓ ਜੀ, ਆ ਜਾਓ ਅੰਮ੍ਰਿਤ ਛਕ ਲਓ ਜੀ। ਹਾਂ, ਹੁਣ ਤਾਂ ਵਾਜਾ ਮਾਰੀ ਜਾਂਦੇ ਅੰਮ੍ਰਿਤ ਛਕ ਲਓ, ਅੰਮ੍ਰਿਤ ਛਕ ਲਓ। ਨਹੀਂ, ਪਹਿਲਾਂ ਬੁਰਾਈ ਛੱਡੋ। ਅਤੇ ਹੁਣ ਤਾਂ ਅੰਮ੍ਰਿਤ ਛਕਾਉਣਾ ਪਤਾ ਨਹੀਂ, ਵਿਚਾਰੇ ਦਿਵ ਦ੍ਰਿਸ਼ਟੀ ਤਾਂ ਖੁੱਲ੍ਹੀ ਕੋਈ ਨਹੀਂ। ਅਗਲਾ ਉਹੀ ਕਹੇ ਨਾ ਜੀ ਮੇਰੇ ਤਾਂ ਕੋਈ ਬੁਰਾਈ ਨਹੀਂ ਹੈ ਜੀ। ਕਦੇ ਕੋ ਉੱਥੇ ਗਿਆ ਹੈ? ਪੁਰਾਣਿਆਂ ਦੀ ਦਿਵ ਦ੍ਰਿਸ਼ਟੀਆਂ ਖੁੱਲ੍ਹੀਆਂ ਹੁੰਦੀਆਂ, ਸਾਧੂਆਂ ਸੰਤਾਂ ਮਹਾਤਮਾ ਦੀਆਂ। ਹਾਂਜੀ, ਇਸ ਲਈ ਉਹਨਾਂ ਦੇ ਅੱਗੇ ਝੂਠ ਨਹੀਂ ਸੀ ਬੋਲਿਆ ਜਾ ਸਕਦਾ। ਸੱਜਣ ਠੱਗ ਫਿਰ ਝੂਠ ਨਹੀਂ ਸੀ ਬੋਲੇ, ਨਾ ਜੀ ਮੈਂ ਤਾਂ ਨਹੀਂ ਠੱਗੀਆਂ ਕਰਦਾ। ਕਿਉਂ? ਇਸ ਲਈ ਪਹਿਲਾਂ ਬੁਰਾਈ ਛੁਡਾਈ, ਫਿਰ ਉਸ ਨੂੰ ਧਰਮ ਵਾਲੇ ਪਾਸੇ ਲਾਇਆ। ਹੁਣ ਵੀ ਕਿਤੇ ਜਿੰਨੇ ਮਹਾਂਪੁਰਖ ਜਾਂ 5 ਪਿਆਰੇ ਜਾਂ ਅੰਮ੍ਰਿਤ ਛਕਾਉਣ ਵਾਲੇ ਨੇ, ਕਿਤੇ ਇਹਨਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਵੇ ਅਤੇ ਵੇਖ ਲੈ, ਨਾ ਭਾਈ ਤੂੰ ਤਾਂ ਮਿਲਾਵਟ ਖੋਰ ਹੈ, ਤੂੰ ਤਾਂ ਦੁੱਧ ਪਾਣੀ ਪਾ ਕੇ ਵੇਚਦਾ, ਪਹਿਲੇ ਕੰਮ ਛੱਡ ਕੇ ਆ, ਫਿਰ ਆਈ, ਤੈਨੂੰ ਅਜੇ ਅਸੀਂ ਅੰਮ੍ਰਿਤ ਛਕਾਂਗੇ।
ਛੱਡ ਆਵੇਗਾ। ਜਿਹਦਾ ਦਿਵ ਦ੍ਰਿਸ਼ੀ को ਪਤਾ ਲੱਗ ਜਾਵੇ ਹਾਂ ਇਹਨੇ ਛੱਡਤੀ ਹੈ। ਨਹੀਂ ਤਾਂ ਐਵੇਂ ਕਹਿੰਦੇ ਹਾਂ ਜੀ ਮੈਂ ਤਾਂ ਪਾਣੀ ਪਾਉਣਾ ਛੱਡਤਾ ਜੀ। ਜਿਹਦਾ ਦਿਵ ਦ੍ਰਿਸ਼ੀ ਖੁੱਲ੍ਹੀ ਨਹੀਂ ਪਤਾ ਲੱਗਣੀ ਛੱਡਤਾ ਕਿ ਨਹੀਂ ਛੱਡਤਾ। ਇਸ ਲਈ ਪੁਰਾਣੇ ਜ਼ਮਾਨੇ 'ਚ ਐਵੇਂ ਨਹੀਂ ਸੀ ਕਹਿ ਕਰਦੇ। ਮਤਲਬ ਬੜੀ ਔਖੀ ਦਾਤ ਮਿਲਿਆ ਕਰਦੇ ਸੀ। ਹਾਂਜੀ, ਬੁਰਾਈ ਛਡਾਉਣੀ, ਉਸ ਤੋਂ ਬਾਅਦ ਫਿਰ ਇਨਾਮ ਦੀ ਦਾਤ ਦੇਣੀ। ਸੋ ਗੁਰੂ ਮਹਾਰਾਜ ਕਹਿੰਦੇ ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੈ ਕਰਤਾਰ। ਉਹ ਪਰਮਾਤਮਾ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਅਸਲ ਵਿੱਚ ਉਹੀ ਜਾਣਦਾ ਹੈ ਕਿ ਮੁਸਲਮਾਨ ਦੀ ਮਿੱਟੀ ਸੜਨ ਨਾਲ ਕੀ ਬਣਿਆ, ਕੀ ਬਣਦਾ। ਇਹ ਕਹਿੰਦੇ ਉਹੀ ਜਾਣਦਾ ਹੈ। ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ। ਬਿਨ ਸਤਿਗੁਰ ਕਿਨੇ ਨਾ ਪਾਇਓ। ਕਹਿੰਦੇ ਗੁਰੂ ਤੋਂ ਬਿਨਾਂ ਅੱਜ ਤੱਕ ਕਿਸੇ ਨੂੰ ਪਰਮਾਤਮਾ ਮਿਲਿਆ ਹੀ ਨਹੀਂ ਹੈਗਾ। ਇਹ ਤਾਂ ਕਿ ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਈ ਵਾਰੀ ਨਾ ਇੰਨੀ ਲਾਈਨ ਲਿਖੀ ਹੁੰਦੀ ਗੁਰਬਾਣੀ, ਕਈ ਵਾਰੀ ਇੰਨੀ ਲਿਖੀ ਹੁੰਦੀ ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਿ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਨਿਗੋਰੇ ਨੂੰ ਪਰਮਾਤਮਾ ਨਹੀਂ ਮਿਲਿਆ ਕਰਦਾ। ਉਦਾਹਰਣ ਮੈਂ ਕਈ ਵਾਰੀ ਦਿੱਤੀ ਹੈ। ਦੋ ਬੰਦੇ ਨੇ, ਦੋਨਾਂ ਨੇ ਕਣਕ ਬੀਜ ਲਈ। ਦੋਨਾਂ ਦੀ ਕਣਕ ਬਹੁਤ ਵੱਡੀ ਵੱਡੀ ਹੋ ਗਈ ਹੈ। ਪੱਕਣ ਦਾ ਸਮਾਂ ਆ ਗਿਆ। ਇੱਕ ਦੇ ਕਣਕ ਨੂੰ ਬੱਲੀਆਂ ਲੱਗ ਗਈਆਂ, ਜਿਹਦੇ ਉੱਤੇ ਸਿੱਟੇ ਜਿਹੇ ਲੱਗਦੇ ਨੇ, ਉਹਨੂੰ ਕਣਕ ਕਹਿੰਦੇ ਬੱਲੀਆਂ। ਦੂਜੇ ਦੀ ਫਸਲ ਨੂੰ ਬੱਲੀਆਂ ਲੱਗੀਆਂ ਹੀ ਨਹੀਂ। ਉਹ ਬੜਾ ਹੈਰਾਨ ਹੈ ਕਿ ਇਹਨੇ ਵੀ ਕਣਕ ਬੀਜੀ ਅਤੇ ਮੈਂ ਵੀ ਕਣਕ ਬੀਜੀ। ਦਾਣੇ ਇਹਦੇ ਵੀ ਉਹੀ ਸਨ ਅਤੇ ਮੇਰੇ ਵੀ ਉਹੀ ਸਨ। ਇਹਦੇ ਤਾਂ ਬੱਲੀਆਂ ਲੱਗ ਗਈਆਂ, ਮੇਰੇ ਬੱਲੀਆਂ ਨਹੀਂ ਲੱਗੀਆਂ। ਕਣਕ ਹੋ ਗਈ ਹੈ, ਬੱਲੀਆਂ ਨਹੀਂ ਲੱਗੀਆਂ। ਇਸ ਤਰ੍ਹਾਂ ਇੱਕ ਨਗੋਰਾ ਬੰਦਾ ਹੈ, ਉਹ ਵੀ ਨਾਮ ਜਪ ਰਿਹਾ ਹੈ। ਇੱਕ ਗੁਰੂ ਵਾਲਾ ਉਹ ਵੀ ਨਾਮ ਜਪ ਰਿਹਾ ਹੈ। ਫਸਲ ਦੋਨਾਂ ਦੀ ਹੋ ਰਹੀ ਹੈ, ਪਰ ਇੱਕ ਜਿਹੜਾ ਗੁਰੂ ਵਾਲਾ ਹੈ ਉਹਦੇ ਨਾਮ ਨੂੰ ਫਲ ਲੱਗੇਗਾ, ਦਾਣੇ ਲੱਗਣਗੇ। ਜਿਹੜਾ ਨਿਗੁਰਾ ਹੈ ਉਹਦੇ ਜਪੇ ਹੋਏ ਨਾਮ ਨੂੰ ਫਲ ਕੋਈ ਨਹੀਂ ਲੱਗਣਾ। ਫਸਲ ਤਾਂ ਹੋ ਜਾਏਗੀ ਪਰ ਫਲ ਨਹੀਂ ਲੱਗੇਗਾ। ਪਰਮਾਤਮਾ ਦੀ ਪ੍ਰਾਪਤੀ ਨਿਗੁਰੇ ਨੂੰ ਨਹੀਂ ਹੁੰਦੀ। ਪਰਮਾਤਮਾ ਦੀ ਪ੍ਰਾਪਤੀ ਹਮੇਸ਼ਾ ਗੁਰੂ ਵਾਲੇ ਨੂੰ ਹੁੰਦੀ ਹੈ। ਬਾਬਾ ਫਰੀਦ ਜੀ ਦਾ ਜੀਵਨ ਦੇਖ ਲਓ। 12 ਸਾਲ ਹੋਰ ਤਪੱਸਿਆ ਕੀਤੀ, ਜੰਗਲਾਂ ਜਾ ਕੇ ਪੱਤੇ ਖਾ ਖਾ ਕੇ ਗੁਜ਼ਾਰਾ ਕੀਤਾ, ਜੜੀਆਂ ਬੂਟੀਆਂ ਖਾ ਕੇ ਗੁਜ਼ਾਰਾ ਕੀਤਾ। ਉੱਥੇ ਰੋਟੀਆਂ ਪਕਾਉਣ ਵਾਲਾ ਕੌਣ ਸੀ? 12 ਸਾਲਾਂ ਬਾਅਦ ਇੱਛਾ ਹੋਈ ਵੀ ਮੈਂ ਮਾਂ ਨੂੰ ਮਿਲ ਆਵਾਂ। ਵਾਪਸ ਆ ਰਹੇ ਨੇ, ਥੱਕ ਗਏ। ਇੱਕ ਸੰਘਣੀ ਛਾਂ ਵਾਲਾ ਦਰਖਤ ਵੇਖਿਆ, ਉਹਦੇ ਹੇਠਾਂ ਲੇਟ ਗਏ। ਨੀਂਦ ਆ ਗਈ ਹੈ। ਉੱਥੇ ਕਿਤੇ ਚਿੜੀਆਂ ਦਾ ਝੁੰਡ ਆ ਗਿਆ ਹੈ। ਉਹ ਦਰਖਤ ਦੇ ਬੇਟੇ ਚੀਂ 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 ਕਰਦੀਆਂ ਨੇ। ਫਰੀਦ ਦੀ ਨੀਂਦ ਟੁੱਟ ਗਈ। ਉਹਨਾਂ ਨੂੰ ਗੁੱਸਾ ਚੜਿਆ, ਕਹਿੰਦੇ ਚਿੜੀਓ ਮਰ ਜਾਓ। ਚਿੜੀਆਂ ਤੜਮ ਕਰਕੇ ਠੰਡ ਮਰ ਗਈਆਂ। ਬੜੇ ਖੁਸ਼ ਹੋਏ ਮਨ 'ਚ, ਯਾ ਮੈਨੂੰ ਕਿੰਨੀ ਤਾਕਤ ਮਿਲ ਗਈ ਹੈ, ਮੈਂ ਮਾਰ ਸਕਦਾ ਕਿਸੇ ਨੂੰ। ਫਿਰ ਅਫਸੋਸ ਹੋਇਆ ਵਿਚਾਰੇ ਵੀ ਤਾਂ ਜਾਨਵਰ ਨੇ, ਇਹਨੇ ਕਿਹੜਾ ਜਾਣ ਕੇ ਰੌਲਾ ਪਾਇਆ ਹੈ, ਇਹ ਤਾਂ ਬੋਲਦੇ ਨੇ। ਫਿਰ ਕਹਿੰਦੇ ਚਿੜੀਓ ਜਿਉਂ ਪੋ, ਅਤੇ ਚਿੜੀਆਂ ਫੁਰ ਕਰਕੇ ਉੱਡ ਗਈਆਂ, ਫੁਰ ਕਰਕੇ ਉੱਡ ਗਈਆਂ। ਆ ਰਹੇ ਵਾਪਸ। ਅੱਗੇ ਖੂਹੀ 'ਤੇ ਇੱਕ 16-17 ਸਾਲਾਂ ਦੀ ਲੜਕੀ ਪਾਣੀ ਭਰਦੀ। ਉਹ ਡੋਲ ਭਰਦੀ ਹੈ
ਡੋਲ ਦਿੰਦੀ ਹੈ, ਫਿਰ ਪਾਣੀ ਦਾ ਡੋਲ ਖਿੱਚਦੀ ਹੈ, ਫਿਰ ਡੋਲ ਦਿੰਦੀ ਹੈ। ਬਾਬਾ ਫਰੀਦ ਕਹਿੰਦੇ ਕਿ ਬੇਟਾ ਮੈਨੂੰ ਪਾਣੀ ਪਿਲਾ ਦੇ। ਕਹਿੰਦੇ ਬਾਬਾ ਠਹਿਰ ਜਾ ਜੇ, ਉਹ ਪਾਣੀ ਡੋਲੀ ਜਾਂਦੀ ਹੈ। ਬਾਬਾ ਫਰੀਦ ਨੂੰ ਤੁਰੰਤ ਥੋੜ੍ਹੇ ਜਿਹੇ ਹਉਮੈ ਸੀ ਵੀ ਹੈ ਮੇਰੇ ਕੋਲ ਰਿਧੀਆਂ ਸਿੱਧੀਆਂ ਨੇ ਹੈ। ਬਾਬਾ ਫਰੀਦ ਜੀ ਥੋੜ੍ਹਾ ਨਾਰਾਜ਼ ਹੋਏ ਵੀ ਤੂੰ ਪਾਣੀ ਡੋਲੀ ਜਾਂਦੀ ਹੈ, ਫਕੀਰ ਨੂੰ ਤੂੰ ਪਾਣੀ ਨਹੀਂ ਪਿਲਾਉਂਦੀ। ਕਹ ਚੱਲ ਚੱਲ ਬਾਬਾ ਆਰਾਮ ਨਾਲ ਟਿਕਿਆ ਰਹਿ, ਇਹ ਚਿੜੀਆਂ ਮਰ ਜਾਓ, ਚਿੜੀਆਂ ਜਿਉਂ ਪੋਣੀ ਹੈਗੇ, ਠਹਿਰ ਜਾ ਪਾਣੀ ਪਿਲਾਨੀ ਆ। ਉਹ ਤਾਂ ਹੱਕਾ ਬੱਕਾ ਹੋ ਕੇ ਫਰੀਦ ਜੀ ਵੀ ਹੈ ਕਿੱਥੇ ਜੰਗਲ, ਇਹਨੂੰ ਕਿਵੇਂ ਪਤਾ ਹੈ ਵੀ ਮੈਂ ਚਿੜੀਆਂ ਮਾਰੀ ਜਿਉਂਦੀਆਂ ਕੀਤੀਆਂ ਨੇ। ਸਾਰੀ ਤਰੇ ਇੱਕ ਵਾਰੀ ਲੈ ਗਈ, ਡਿੱਗ ਗਏ। ਪਾਣੀ ਪੂਣੀ ਡੋਲਾ ਟਿਕੇ, ਲੈ ਫਕੀਰਾ ਪੀ ਪਾਣੀ। ਕਹਿੰਦਾ ਮੈਂ ਪਾਣੀ ਤਾਂ ਬਾਅਦ 'ਚ ਪੀਵਾਂਗਾ, ਪਰ ਮੈਨੂੰ ਤੂੰ ਇਹ ਦੱਸ ਤੂੰ ਪਾਣੀ ਡੋਲੀ ਕਿਉਂ ਜਾਂਦੀ ਸੀ। ਕਹਿ ਜੀ ਇਸ ਵੇਲੇ ਮੇਰੀ ਭੈਣ ਘਰ ਜੰਦਰਾ ਲਾ ਕੇ ਸਤ ਸੰਗਤ ਕਰਨ ਗਈ ਹੋਈ ਹੈ, ਮਗਰ ਉਹਦੇ ਘਰ ਨੂੰ ਲੱਗ ਗਈ ਸੀ ਅੱਗ। ਮੈਂ ਇੱਥੋਂ ਪਾਣੀ ਨਾਲ ਉਹਦੇ ਘਰ ਦੀ ਅੱਗ ਬੁਝਾ ਰਹੀ ਸੀ, ਹੁਣ ਉਹਦੇ ਘਰ ਦੀ ਅੱਗ ਬੁਝ ਗਈ ਹੈ, ਹੁਣ ਮੈਂ ਵਿਹਲੀ ਹੋ ਗਈ ਹਾਂ ਅਤੇ ਲਓ ਤੁਸੀਂ ਪਾਣੀ ਪੀਓ। ਕਹਿੰਦੇ ਤੈਨੂੰ ਕਿਵੇਂ ਪਤਾ ਲੱਗਾ ਕਿ ਮੈਂ ਚਿੜੀਆਂ ਮਾਰੀਆਂ ਅਤੇ ਜਿਉਂਦੀਆਂ ਕੀਤੀਆਂ ਨੂੰ। ਕਹਿੰਦੇ ਇਹ ਵੀ ਸੁਣ ਲਓ। ਕਹਿੰਦੇ ਮੈਂ ਭਜਨ ਬੰਦਗੀ ਕਰਨ ਵਾਲੇ ਪਰਿਵਾਰ 'ਚੋਂ ਆਈ ਸੀ। ਅੱਗੇ ਜਿਹੜਾ ਮੇਰਾ ਪਤੀ ਸੀ ਉਹ ਵੀ ਭਜਨ ਬੰਦਗੀ ਕਰਨ ਵਾਲਾ ਸੀ। ਪਹਿਲੀ ਰਾਤ ਨੂੰ ਹੀ ਮੇਰੇ ਪਤੀ ਨੂੰ ਰਾਤ ਨੂੰ ਜੇ ਪਿਆਸ ਲੱਗੀ, ਉਹਨੇ ਪਾਣੀ ਕਿਹਾ ਮੂੰਹੋਂ। ਮੈਂ ਉੱਠ ਕੇ ਗਈ, ਪਾਣੀ ਦਾ ਛੰਨਾ ਭਰ ਕੇ ਲਿਆਈ। ਜਦੋਂ ਕੋਲ ਉਹਨਾਂ ਦੇ ਮੰਜੇ ਦੇ ਆਈ ਤਾਂ ਇਹਨੇ ਚਿਰ ਸੌਂ ਗਏ। ਮੈਂ ਪਾਣੀ ਦਾ ਛੰਨਾ ਹੱਥ ਲੈ ਕੇ ਖੜ੍ਹੀ ਰਹੀ ਵੀ ਜਦੋਂ ਫਿਰ ਆਵਾਜ਼ ਮਾਰਨ ਮੈਂ ਪਾਣੀ ਪਿਲਾ ਦਾਂਗੀ। ਮੈਂ 3 ਘੰਟੇ ਇਸ ਤਰ੍ਹਾਂ ਖੜ੍ਹੀ ਰਹੀ। ਉਹਨਾਂ ਨੇ ਫਿਰ ਕਿਹਾ ਪਾਣੀ, ਮੈਂ ਕਿਹਾ ਆ ਲਓ ਜੀ। ਉਹ ਬੜੇ ਹੈਰਾਨ ਹੋਏ, ਕਹਿੰਦੇ ਮੈਂ ਤਾਂ ਜੀ ਹੁਣੇ ਹੀ ਪਾਣੀ ਮੰਗਿਆ ਸੀ। ਕਹਿੰਦੇ ਜੀ ਤੁਸੀਂ 3 ਘੰਟੇ ਪਹਿਲਾਂ ਪਾਣੀ ਮੰਗਿਆ ਸੀ, ਮੈਂ ਜੇ ਪਾਣੀ ਲੈ ਕੇ ਆਈ ਤੁਸੀਂ ਉਹਨੇ ਚਿਰ ਦੁਬਾਰਾ ਸੌਂ ਗਏ। ਮੈਂ ਫਿਰ ਇੱਥੇ ਖੜ੍ਹੀ ਹੋਈ ਰਹੀ ਵੀ ਜਦੋਂ ਮੰਗੋਗੇ ਉਦੋਂ ਫਿਰ ਪਾਣੀ ਦੇ ਦਾਂਗੀ। ਕਹਿੰਦੇ ਅੱਗੋਂ ਉਹ ਵੀ ਪਹੁੰਚੇ ਹੋਏ ਸਨ, ਉਹਨਾਂ ਮੈਨੂੰ ਵਰ ਦਿੱਤਾ ਅਤੇ ਆ ਕਿਰਪਾ ਹੋ ਗਈ ਮੇਰੇ 'ਤੇ। ਬਾਬਾ ਫਰੀਦ ਜੀ ਘਰ ਆ ਗਏ। ਹੁਣ ਗੁੰਝਲਾਂ ਪਈਆਂ ਵਾਲਾਂ ਨੂੰ, ਅਤੇ ਬਾਹਰ ਕਿਹੜੇ ਕੰਘੇ ਫੇਰਨੇ ਸਨ ਕਿਸੇ। ਮਾਂ ਕੰਘਾ ਫੇਰ ਰਹੀ ਹੈ, ਉਹ ਸੀ ਕਰ ਦੇਣ। ਕਈ ਬੱਚੇ ਦੇ ਵਾਲ ਪਾਓ ਨਾ, ਉਲਝਣਾ ਪੈ, ਬੱਚੇ ਸਿਰ ਧੋਵੋ, ਇਹਨਾਂ ਤੇਲ ਚਸੋ, ਫਿਰ ਵਾਲ ਉਲਝ ਜਾਂਦੇ ਨੇ। ਮਾਂ ਜੇ ਕੰਘਾ ਫੇਰਦੀਆਂ ਚੀਂ ਚੀਂ ਕਰਦੇ ਨੇ। ਇਹਨੇ ਤਮਾਸ਼ਾ ਵੇਖਣਾ ਹੁੰਦਾ ਬੱਚਿਆਂ ਦਾ। ਹਾਂਜੀ, ਉਹ ਵੀ ਸੀ ਕਰਦੇ ਨੇ। ਕਹਿੰਦੇ ਅੱਛਾ ਕੀ ਖਾ ਕੇ ਗੁਜ਼ਾਰਾ ਕਰਦਾ ਸੀ। ਮਾਂ ਕਹਿੰਦੇ ਦਰਖਤਾਂ ਦੇ ਪੱਤੇ ਤੋੜ ਤੋੜ ਕੇ ਖਾਂਦਾ ਸੀ। ਕਹਿੰਦੇ ਅੱਛਾ ਜਦੋਂ ਦਰਖਤਾਂ ਦੇ ਪੱਤੇ ਤੋੜਦਾ ਸੀ ਦਰਖਤਾਂ ਨੂੰ ਦਰਦ ਨਹੀਂ ਸੀ ਹੁੰਦਾ। ਤੈਨੂੰ ਵਾਲਾਂ ਦਾ ਦਰਦ ਹੋ ਰਿਹਾ, ਦਰਖਤਾਂ ਨੂੰ ਦਰਦ ਨਹੀਂ ਸੀ ਹੁੰਦਾ। ਫਿਰ ਮੁੜ ਗਏ। 12 ਸਾਲ ਫਿਰ ਤਪੱਸਿਆ ਕੀਤੀ, ਨਹੀਂ ਗੱਲ ਬਣੀ। ਕਿਸੇ ਨੇ ਸਮਝਾਇਆ ਫਰੀਦ ਜੀ ਤੁਸੀਂ ਨਿਗੁਰੇ ਹੋ, ਰਿਧੀਆਂ ਸਿੱਧੀਆਂ ਮਿਲ ਗਈਆਂ ਨੇ ਤੁਹਾਨੂੰ, ਜਿੰਨਾ ਚਿਰ ਤੁਸੀਂ ਗੁਰੂ ਨਹੀਂ ਨਾ ਧਾਰਦੇ ਤੁਹਾਨੂੰ ਅੱਲਾ ਨਹੀਂ ਮਿਲੇਗਾ। ਫਿਰ ਉਹਨਾਂ ਨੇ ਗੁਰੂ ਧਾਰਨ ਕੀਤਾ, ਫਿਰ ਜਾ ਕੇ ਉਹਨੂੰ ਪ੍ਰਾਪਤੀ ਹੋਈ। ਫਿਰ ਬਾਬਾ ਫਰੀਦ ਬਣੇ। ਫਿਰ ਉਹਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਦੇ ਵਿੱਚ ਦਰਜ ਹੋਈ। ਇਸ ਲਈ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਅੱਜ ਤੱਕ ਕਿਸੇ ਨੂੰ ਵੀ ਗੁਰੂ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਸਤਿਗੁਰ ਵਿੱਚ ਆਪ ਰੱਖਣ, ਪਰਮਾਤਮਾ ਨੇ ਆਪਣੇ ਆਪ ਨੂੰ ਗੁਰੂ ਦੇ ਵਿੱਚ ਰੱਖਿਆ ਹੋਇਆ। ਤਾਂ ਹੀ ਕਹਿੰਦੇ ਗੁਰ ਪਰਮੇਸ਼ਰ ਏਕੋ ਜਾਨ। ਗੁਰੂ ਅਤੇ ਪਰਮਾਤਮਾ 'ਚ ਕੋਈ ਫਰਕ ਨਹੀਂ ਹੁੰਦਾ। ਸਿਰਫ ਇੰਨਾ ਕਿ ਗੁਰੂ ਦਾ ਸਰੀਰ ਦਿਖਾਈ ਦਿੰਦਾ, ਪਰਮਾਤਮਾ ਦਾ ਸਰੀਰ ਨਹੀਂ ਹੁੰਦਾ, ਇਸ ਲਈ ਵਿਖਾਈ ਨਹੀਂ ਦਿੰਦਾ। ਬਸ ਪਰਮਾਤਮਾ ਨੇ ਆਪਣੀ ਸੱਤਿਆ ਗੁਰੂ ਦੇ ਵਿੱਚ ਰੱਖੀ ਹੁੰਦੀ ਹੈ। ਘਰ ਪ੍ਰਗਟ ਆਖ ਸੁਣਾਇਆ, ਅਤੇ ਉਹ ਫਿਰ ਸਾਰਿਆਂ ਨੂੰ ਦੱਸਦੇ ਨੇ। ਗੁਰੂ ਰਾਹੀਂ ਹੀ ਪਰਮਾਤਮਾ ਫਿਰ ਦੂਜਿਆਂ ਨੂੰ ਦੱਸਦਾ ਕਿ ਤੁਹਾਨੂੰ ਪ੍ਰਾਪਤੀ ਜਿਹੜੀ ਹੈ ਗੁਰੂ ਰਾਹੀਂ ਹੋਣੀ ਹੈ। ਉਂਝ ਤੁਹਾਨੂੰ ਮੇਰੀ ਪ੍ਰਾਪਤੀ ਨਹੀਂ ਹੋਣੀ, ਮੈਨੂੰ ਸਿੱਧਿਆਂ ਕੋਈ ਪ੍ਰਾਪਤ ਨਹੀਂ ਕਰ ਸਕਦਾ। ਸਤਿਗੁਰ ਮਿਲਿਆ ਸਦਾ ਮੁਕਤ ਹੈ,
ਗੁਰੂ ਨੂੰ ਮਿਲਣ ਤੋਂ ਬਾਅਦ ਫਿਰ ਮੁਕਤੀ ਪ੍ਰਾਪਤ ਹੁੰਦੀ। ਜੰਮਣ ਮਰਨ ਦੇ ਚੱਕਰ ਤੋਂ ਬੰਦਾ ਰਹਿਤ ਹੋ ਜਾਂਦਾ ਹੈ। ਜਿਨ ਵਿੱਚੋਂ ਮੋਹ ਚੁਕਾਇਆ, ਜਿਨ ਜਿਸ ਗੁਰੂ ਨੇ ਅੰਦਰੋਂ ਮੋਹ ਖਤਮ ਕਰ ਦਿੱਤਾ ਹੈ। ਗੁਰੂ ਮਹਾਰਾਜ ਕਿਰਪਾ ਕਰਦੇ ਨੇ, ਮਨੁੱਖ ਦੇ ਅੰਦਰ ਮੋਹ ਖਤਮ ਹੋ ਜਾਂਦਾ ਹੈ। ਮੈਂ ਦੇਖਿਆ ਭਜਨ ਬੰਦਗੀ 'ਚ ਮੋਹ ਬਹੁਤ ਵੱਡੀ ਰੁਕਾਵਟ ਹੈ। ਮੋਹ 3 ਪ੍ਰਕਾਰ ਦਾ ਹੁੰਦਾ, ਚੀਜ਼ਾਂ ਦਾ ਮੋਹ, ਮਾਇਆ ਦਾ ਮੋਹ, ਸਰੀਰ ਦਾ ਮੋਹ। ਜਦੋਂ ਵੀ ਤੁਸੀਂ ਭਜਨ ਬੰਦਗੀ ਕਰੋਗੇ ਨਾ, 3 ਚੀਜ਼ਾਂ ਕੋਈ ਚੀਜ਼ ਤੁਹਾਨੂੰ ਯਾਦ ਆਵੇਗੀ। ਜਾਂ ਕੋਈ ਸਰੀਰ ਯਾਦ ਆਵੇਗਾ, ਜਾਂ ਮਾਇਆ ਯਾਦ ਆਵੇਗੀ, ਜਾਂ ਕੋਈ ਚੀਜ਼ ਯਾਦ ਆਵੇਗੀ। ਇਹ ਮੋਹ ਹੈ। ਮੋਹ ਰੁਕਾਵਟ ਪਾਉਂਦਾ ਹੈ। ਗੁਰੂ ਮਹਾਰਾਜ ਫਿਰ ਕੀ ਕਰਦੇ ਨੇ? ਮਨੁੱਖ ਦੇ ਅੰਦਰ ਮੋਹ ਹੀ ਖਤਮ ਕਰਦੇ ਨੇ। ਚੁਕਾਇਆ ਹੁੰਦਾ ਖਤਮ ਕਰ ਦੇਣਾ। ਕਹਿੰਦੇ ਜਦੋਂ ਗੁਰੂ ਮਿਲਦਾ ਹੈ ਉਹ ਫਿਰ ਕੀ ਕਰਦਾ? ਅੰਦਰੋਂ ਮੋਹ ਖਤਮ ਕਰ ਦਿੰਦਾ ਹੈ। ਉੱਤਮ ਇਹ ਵਿਚਾਰ ਹੈ। ਇਹ ਜਿਹੜਾ ਹਾਹੇ ਨੂੰ ਔਂਕੜ ਲੱਗਾ, ਇਹਨੂੰ ਇਹੋ ਨਹੀਂ ਪੜ੍ਹਨਾ, ਕਿ ਅੱਗੇ ਜਿਹੜਾ ਵਿਚਾਰ ਸ਼ਬਦ ਹੈ ਨਾ, ਦੇਖੋ ਹਾਰੇ ਨੂੰ ਔਂਕੜ ਲੱਗਾ ਹੋਇਆ। ਵਿਚਾਰ ਪੁਲਿੰਗ ਹੈ ਅਤੇ ਇੱਕ ਵਚਨ ਹੈ। ਰਾਰੇ ਨੂੰ ਔਂਕੜ ਲੱਗਿਆ, ਹੁਣ ਇਹ ਸ਼ਬਦ ਇੱਕ ਵਚਨ ਹੋ ਗਿਆ ਹੈ। ਵਿਚਾਰ ਪੁਲਿੰਗ ਸ਼ਬਦ ਹੈ ਅਤੇ ਇੱਕ ਵਚਨ ਹੈ, ਇਸ ਕਰਕੇ ਇਹਦੇ ਅੱਗੇ ਜਿਹੜਾ ਇਹ ਸ਼ਬਦ ਲੱਗਾ ਹੈ ਉਹ ਵੀ ਇੱਕ ਵਚਨ ਅਤੇ ਪੁਲਿੰਗ ਬਣਾਇਆ, ਤਾਂ ਹਾਹੇ ਨੂੰ ਔਂਕੜ ਲੱਗਾ ਹੋਇਆ। ਔਂਕੜ ਬੋਲਣ ਲਈ ਨਹੀਂ ਹੈ। ਉੱਤਮ ਇਹੋ ਵਿਚਾਰ ਹੈ, ਇਹ ਨਹੀਂ ਪੜ੍ਹਨਾ। ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ। ਸਭ ਤੋਂ ਉੱਤਮ ਵਿਚਾਰ ਕੀ ਹੈ? ਕਿ ਜਿਸ ਨੇ ਸੱਚੇ ਸਿਉ ਪਰਮਾਤਮਾ ਦੇ ਨਾਲ ਚਿੱਤ ਲਾਇਆ, ਆਪਣਾ ਮਨ ਜੋੜ ਲਿਆ, ਜਗ ਜੀਵਨ ਦਾਤਾ ਪਾਇਆ। ਉਸੇ ਨੇ ਜਗਤ ਨੂੰ ਜੀਵਨ ਦੇਣ ਵਾਲੇ ਪਰਮਾਤਮਾ ਨੂੰ ਪਾ ਲਿਆ। ਸੋ ਪਰਮਾਤਮਾ ਕਿਸ ਨੂੰ ਮਿਲਦਾ? ਜਿਹੜਾ ਮਨ ਕਰਕੇ ਪਰਮਾਤਮਾ ਨਾਲ ਜੁੜਦਾ ਹੈ। ਇੱਕ ਸਰੀਰ ਕਰਕੇ ਜੁੜਨਾ ਹੁੰਦਾ ਹੈ, ਇੱਕ ਮਨ ਕਰਕੇ ਜੁੜਨਾ ਹੁੰਦਾ ਹੈ। ਮਨ ਦੀ ਜਿਹੜੀ ਹਾਜ਼ਰੀ ਹੈ, ਇਹ ਸਰੀਰ ਦੀ ਹਾਜ਼ਰੀ ਤੋਂ ਵੱਧ ਮਹਾਨਤਾ ਰੱਖਦੀ ਹੈ। ਤੁਸੀਂ ਇੱਥੇ ਬੈਠੇ ਹੋ, ਕਥਾ ਚੱਲ ਰਹੀ ਹੈ, ਸਰੀਰ ਇੱਥੇ ਬੈਠਾ ਹੈ, ਮਨ ਬਾਜ਼ਾਰ 'ਚ ਘੁੰਮ ਰਿਹਾ ਹੈ। ਤੁਹਾਨੂੰ ਕੋਈ ਪਤਾ ਹੀ ਨਹੀਂ ਲੱਗਿਆ ਗਿਆ ਕਿ ਕੀ ਕਥਾ ਹੋ ਗਈ ਹੈ, ਸਮਝ ਲੰਘ ਗਿਆ ਹੈ। ਮਨ ਦੀ ਹਾਜ਼ਰੀ ਜ਼ਰੂਰੀ ਹੁੰਦੀ ਹੈ। ਜਿਨ੍ਹਾਂ ਨੇ ਮਨ ਆਪਣਾ ਪਰਮਾਤਮਾ ਦੇ ਨਾਲ ਲਾ ਲਿਆ, ਜਿਹਨੂੰ ਚਿੱਤ ਕਹਿੰਦੇ ਨੇ, ਉੱਤਮ ਇਹ ਵਿਚਾਰ ਹੈ। ਇਹ ਵਿਚਾਰ ਸਭ ਤੋਂ ਉੱਤਮ ਹੈ। ਜਿਨ ਸੱਚੇ ਸਿਉ ਚਿਤ ਲਾਇਆ, ਜਿਸ ਨੇ ਉਸ ਸੱਚੇ ਪਰਮਾਤਮਾ ਨਾਲ ਮਨ ਜੋੜ ਲਿਆ ਨਾ, ਜਗ ਜੀਵਨ ਦਾਤਾ ਪਾਇਆ। ਉਸਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਸੋ ਮਨ ਜੋੜਨਾ ਸੀ ਪਰਮਾਤਮਾ ਦੇ ਨਾਲ। ਮਨ ਦੀ ਹਾਜ਼ਰੀ ਜ਼ਰੂਰੀ ਹੈ। ਮਨ ਕਰਕੇ ਯਾਦ ਕਰਨਾ ਹੈ। ਜਦੋਂ ਵਾਹਿਗੁਰੂ ਵਾਹਿਗੁਰੂ ਕਰਨਾ, ਮਨ ਵਿੱਚ ਹਾਜ਼ਰ ਹੋਣਾ ਚਾਹੀਦਾ ਹੈ। ਬਾਣੀ ਪੜ੍ਹਨੀ, ਮਨ ਹਾਜ਼ਰ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਮੂੰਹ ਬਾਣੀ ਪੜ੍ਹ ਰਿਹਾ ਅਤੇ ਮਨ ਪਤਾ ਨਹੀਂ ਕਿੱਧਰ ਨੂੰ ਗਿਆ ਹੋਇਆ ਹੈ। ਹਾਜ਼ਰ ਰੱਖਣ ਦੀ ਕੋਸ਼ਿਸ਼ ਕਰਨੀ ਹੈ। ਇਹ ਭਾਈ ਦਾ ਜਦੋਂ ਮੈਂ ਮਨੋਵਿਗਿਆਨ ਪੜ੍ਹਦਾ ਸੀ, ਉਹ 'ਚ ਲਿਖਿਆ ਸੀ ਆਮ ਬੰਦੇ ਦਾ ਮਨ 17 ਸਕਿੰਟਾਂ ਬਾਅਦ ਦੂਜੀ ਥਾਂ 'ਤੇ ਦੌੜ ਜਾਂਦਾ। ਇਹ ਵੱਧ ਤੋਂ ਵੱਧ 17 ਸੈਕਿੰਡ ਟਿਕਦਾ ਹੈ, ਫਿਰ ਨਹੀਂ ਤਾਂ ਕਿਤੇ ਹੋਰ ਚਲੇ ਜਾਂਦਾ ਹੈ। ਕਈ ਵਾਰੀ ਮਨ ਕਿੰਨੀ ਦੇਰ ਹੀ ਹੋਰ ਫਿਰੀ ਜਾਂਦਾ ਹੈ। ਪਾਠ ਹੋ ਰਿਹਾ ਹੈ, ਜੀਭ ਪਾਠ ਕਰ ਰਹੀ ਹੈ, ਅੱਖਾਂ ਆਪਣਾ ਕੰਮ ਕਰ ਰਹੀਆਂ ਨੇ, ਜੀਭ ਵੀ ਕੰਮ ਕਰ ਰਹੀ ਹੈ, ਪਰ ਮਨ ਪਾਠ ਸੁਣ ਹੀ ਨਹੀਂ ਰਿਹਾ। ਮਨ ਪਾਠ ਹੀ ਨਹੀਂ ਸੁਣ ਰਿਹਾ ਹੈ, ਇਸ ਲਈ ਪ੍ਰਾਪਤੀ ਨਹੀਂ ਹੁੰਦੀ। ਪ੍ਰਾਪਤੀ ਤਾਂ ਸੁਣਨ ਨਾਲ ਹੋਣੀ ਹੈ। ਕਿਤੇ ਨਹੀਂ ਲਿਖਿਆ ਪੜ੍ਹਨ ਨਾਲ ਪ੍ਰਾਪਤੀ ਹੁੰਦੀ ਹੈ, ਸੁਣਨ ਨਾਲ ਹੁੰਦੀ ਹੈ। ਸੁਣਨ ਨਾਲ ਹੁੰਦੀ। ਸੁਣੇ ਸ਼ਰਾ ਗੁਣਾ ਕੇ ਗਾ, ਸੁਣੇ ਸ਼ੇਖ ਪੀਰ ਪਾਤਸ਼ਾਹ। ਪਰਮਾਤਮਾ ਦਾ ਨਾਮ ਸੁਣਨਾ ਸ਼ਰਾ ਧਰਮ, ਸ਼ਰਾ ਗੁਣਾ ਕੇ ਗਾ ਹੁੰਦਾ ਜਾਣੂ। ਪਰਮਾਤਮਾ ਦਾ ਨਾਮ ਸੁਣਨ ਨਾਲ ਧਰਮ ਦੇ ਗੁਣਾਂ ਦਾ ਬੰਦਾ ਜਾਣੂ ਹੋ ਜਾਂਦਾ। ਸੁਣਿਆ ਸ਼ੇਖ ਵਿਦਵਾਨ ਨੂੰ ਕਹਿੰਦੇ ਫਾਰਸੀ 'ਚ। ਜਿਹੜਾ ਵਿਦਵਾਨ ਹੁੰਦਾ ਉਹਨੂੰ ਸ਼ੇਖ ਕਹਿੰਦੇ। ਸੁਣਿਆ ਸ਼ੇਖ ਪੀਰ ਪਾਤਸ਼ਾਹ,
ਪਰਮਾਤਮਾ ਦਾ ਨਾਮ ਸੁਣਨ ਵਾਲੇ ਵਿਦਵਾਨ ਹੋ ਜਾਂਦੇ ਨੇ, ਪੀਰ ਪੈਗੰਬਰ ਹੋ ਜਾਂਦੇ ਨੇ ਅਤੇ ਬਾਦਸ਼ਾਹ ਹੋ ਜਾਂਦੇ ਨੇ। ਰਾਜੇ ਮਹਾਰਾਜੇ ਵੀ ਆ ਕੇ ਉਹਨਾਂ ਨੂੰ ਮੱਥੇ ਟੇਕਦੇ ਨੇ। ਇਸ ਲਈ ਸੁਣਨੇ, ਬਾਣੀ ਪੜ੍ਹਨੀ, ਉਹਨੂੰ ਕੰਨਾਂ ਨਾਲ ਸੁਣਨੇ, ਵਾਹਿਗੁਰੂ ਵਾਹਿਗੁਰੂ ਕਰਨਾ, ਉਹਨੂੰ ਕੰਨਾਂ ਨਾਲ ਸੁਣਨੇ। ਸੁਣਨ ਦੀ ਮਹਾਨਤਾ ਹੈ, ਉਹਦੇ ਵਾਹਿਗੁਰੂ ਮੰਨਣ ਦੀ ਹੈ। ਗੱਲਾਂ ਹੀ ਦੋ ਨੇ, ਗੁਰੂ ਦੀ ਗੱਲ ਸੁਣੋ ਅਤੇ ਫਿਰ ਮੰਨੋ। ਜਿੰਨੇ ਸੁਣ ਕੇ ਮੰਨਿਆ ਸੇ ਪੁਰਖ ਪ੍ਰਧਾਨੇ। ਪ੍ਰਧਾਨ ਪੁਰਖ ਜਿਹਨੂੰ ਮਹਾਂਪੁਰਖ ਕਹਿੰਦੇ ਨੇ, ਸੰਤ ਮਹਾਤਮਾ ਕਹਿੰਦੇ ਨੇ। ਉਹ ਕਿਉਂ ਬਣ ਗਏ? ਅਸੀਂ ਤੁਸੀਂ ਕਿਉਂ ਨਹੀਂ ਬਣੇ? ਬੰਦਾ ਸੋਚਦਾ ਮੈਂ ਵੀ ਪਾਠ ਕਰਦਾ, ਮੈਂ ਵੀ ਸਿਮਰਨ ਕਰਦਾ, ਮੈਂ ਤਾਂ ਮਹਾਂਪੁਰਖ ਬਣਿਆ ਨਹੀਂ, ਇਹ ਕਿਵੇਂ ਬਣ ਗਏ? ਉਹਨਾਂ ਸੁਣ ਕੇ ਮੰਨ ਲਿਆ। ਅਸੀਂ ਪਹਿਲਾਂ ਸੁਣੇ ਹੀ ਨਹੀਂ। ਪੜ੍ਹਿਆ ਜ਼ਰੂਰ ਹੈ, ਨਿੱਤ ਨੇ ਪੜ੍ਹ ਲਿਆ, ਕਿਸੇ ਨੇ ਮੂੰਹ ਜ਼ਬਾਨੀ ਕਰ ਲਿਆ, ਕਿਸੇ ਨੇ ਮੇਰੇ ਗੁਟਕੇ 'ਤੇ ਕਰ ਲਿਆ, ਪਰ ਜੋ ਪੜ੍ਹਿਆ ਉਹਨੂੰ ਸੁਣਿਆ ਨਹੀਂ ਹੈ। ਜੇ ਕਿਤੇ ਵਾਕਈ ਸੁਣ ਲਿਆ ਜਾਵੇ ਤਾਂ ਜਿਹੜੀ 4 ਪੌੜੀਆਂ ਸੁਣਨ ਦੀਆਂ ਜਪਜੀ ਸਾਹਿਬ ਲਿਖੇ ਨੇ ਉਹ ਬਿਲਕੁਲ ਸੱਚ ਹੋ ਜਾਣੀ ਤੁਹਾਡੇ ਸਾਹਮਣੇ। ਉਹੀ ਕੁਛ ਪ੍ਰਾਪਤ ਹੋ ਜਾਏਗਾ ਜੋ 4 ਪੌੜੀਆਂ 'ਚ ਲਿਖਿਆ ਹੈ, ਜੇ ਵਾਕਈ ਬੰਦਾ ਸੁਣ ਲੇ। ਇਹ ਪੜ੍ਹਦਾ ਹੈ, ਸੁਣਦਾ ਨਹੀਂ ਹੈ। ਮੰਨਣ ਦੀ ਤਾਂ ਗੱਲ ਹੀ ਬੜੀ ਦੂਰ ਹੈ। ਮੰਨਣ ਦੀ ਤਾਂ ਗੱਲ ਹੀ ਬੜੀ ਦੂਰ ਹੈ। ਜਦੋਂ ਅਸੀਂ ਸੁਣਨਾ ਹੀ ਨਹੀਂ ਗੁਰੂ ਦੀ ਗੱਲ ਨੂੰ ਤਾਂ ਮੰਨਣਾ ਕਿੰਨੇ ਹੈ? ਜਿਹੜਾ ਧਿਆਨ ਨਾਲ ਸੁਣੇਗਾ ਉਹੀ ਮੰਨੇਗਾ। ਹੁਣ ਜਿਨ੍ਹਾਂ ਨੇ ਮੇਰੀ ਕਥਾ ਧਿਆਨ ਨਾਲ ਸੁਣਦੇ ਨੇ ਉਹ ਕਹਿੰਦੇ ਬਾਬਾ ਜੀ ਸਾਡੇ 'ਤੇ ਪਾਠ ਹੀ ਹੋਣ ਆਇਆ। ਫੋਰਨ ਕੰਟਰੀ ਤੋਂ ਮੈਨੂੰ ਰੋਜ਼ 2-4 ਦੇ ਟੈਲੀਫੋਨ ਆ ਜਾਂਦੇ ਨੇ, ਕਹਿੰਦੇ ਬਾਬਾ ਜੀ ਸਾਡਾ ਤਾਂ ਪਾਠ ਹੀ ਹੁਣ ਸ਼ੁੱਧ ਹੋਇਆ ਜਾ ਕੇ। ਹੁਣ ਸਮਝ ਆਈਏ ਵੀ ਨਿਤਨੇਮ ਕੀ ਚੀਜ਼ ਹੁੰਦੀ ਹੈ, ਨਿਤਨੇਮ ਕਿਉਂ ਕਰਨਾ ਚਾਹੀਦਾ ਹੈ, ਇਹ ਕਿਉਂ ਜ਼ਰੂਰੀ ਹੈ। ਕਿ ਸਾਨੂੰ ਤਾਂ ਗਿਆਨ ਹੀ ਹੁਣ ਹੋਇਆ ਹੈ। ਕਹਿੰਦੇ ਕਿਰਪਾ ਕਰਕੇ ਜਾਰੀ ਰੱਖਿਓ। ਮੈਂ ਦੇਖੋ ਜਿੰਨਾ ਚਿਰ ਦਾਤੇ ਨੂੰ ਮਨਜ਼ੂਰ ਹੈ ਉਹਨਾਂ ਚਿਰ ਚੱਲੀ ਜਾਏਗਾ, ਬਾਕੀ ਉਹਦੀ ਮਰਜ਼ੀ ਹੈ। ਸੋ ਸਤਿਕਾਰਯੋਗ ਸਾਧ ਸੰਗਤ, ਜਿੱਥੇ ਅਸੀਂ ਬਾਣੀ ਪੜ੍ਹਨੀ ਹੈ ਇਹਨੂੰ ਕੰਨਾਂ ਨਾਲ ਸੁਣਨਾ ਅਤੇ ਸੁਣ ਕੇ ਫਿਰ ਇਸ ਨੂੰ ਮੰਨਣਾ ਹੈ, ਫਿਰ ਜਾ ਕੇ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।